ਚੋਣ ਲੜਨ ਦਾ ਐਲਾਨ ਕਰ ਲਿਆ। ਇਹਦੇ ਸੰਬੰਧੀ ਤੁਹਾਡੀਆਂ ਕੀ ਤਿਆਰੀਆਂ ਨੇ? ਕੀ ਤੁਹਾਡੀ ਰਣਨੀਤੀ ਹੈ? ਜਿੱਤਣ ਤੋਂ ਬਾਅਦ ਕੀ ਤੁਹਾਡਾ ਇਲਾਕਾ ਵਾਸੀਆਂ ਲਈ ਸਹੀ ਯੋਗਦਾਨ ਰਹੇਗਾ? ਵੇਖੋ, ਮੈਂ ਬੜਾ ਸਪਸ਼ਟ ਹਾਂ ਇਸ ਮਸਲੇ ਤੇ ਮੈਂ ਹੌਲੀ ਹੌਲੀ ਮੂਵ ਇੱਥੇ ਕਰ ਗਿਆ। ਸੰਧੂ ਫਾਰਮ ਬਨੂੜ ਇਸ ਵੇਲੇ ਮੇਰਾ ਜਿਹੜਾ ਹੈੱਡਕੁਆਰਟਰ ਹੈ। ਸੰਧੂ ਆਇਆ ਇੱਥੇ ਵੀ ਇਹ ਕਿਸੇ ਵੇਲੇ ਇੱਥੇ ਇਲੈਕਸ਼ਨ ਲੜੇਗਾ ਜਿਹਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਰਾਜਾ ਸਾਹਿਬ ਨੇ ਜਦੋਂ ਪਿੱਛੇ ਜੇ ਅਸਤੀਫਾ ਦਿੱਤਾ ਹੈ ਜੀ, ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਵੀ ਇਨਫੋਟੈਕ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਕੀ ਕਾਰਨ ਸੀ ਵੀ ਤੁਸੀਂ ਵੀ ਇੱਕਦਮ ਅਸਤੀਫਾ ਜਿਹੜਾ ਦਿੱਤਾ ਹੈ? ਉਹ ਮੇਰੇ ਮਨ 'ਚ ਆਇਆ ਵੀ 4.5 ਸਾਲ ਤਾਂ ਤੁਸੀਂ ਮੌਜਾਂ ਮਾਣੀਆਂ ਉਸ ਸ਼ਖਸੀਅਤ ਦੇ ਕਰਕੇ, ਮਤਲਬ ਉਹਨਾਂ ਨੇ ਤੁਹਾਨੂੰ ਪਾਵਰ ਦਿੱਤੀ ਪੂਰੀ ਵੀ ਤੁਸੀਂ ਪੰਜਾਬ ਦੀ ਭਲਾਈ ਵਾਸਤੇ ਕੰਮ ਕਰੋ, ਲੇਕਿਨ ਤੁਸੀਂ ਉਹ ਮਿਸਯੂਜ਼ ਕੀਤੀ ਆਪਣੇ ਮਫਾਦ ਵਾਸਤੇ। ਜਿੱਦਣ ਦਾ ਮੈਂ ਬਨੂੜ ਫਾਰਮ 'ਤੇ ਜਾਂ ਜਿੱਦਣ ਦਾ ਇਹ ਕੰਮ ਸ਼ੁਰੂ ਹੋਇਆ ਵੀ ਮੈਂ ਰਾਜਨੀਤੀ ਵਿੱਚੋਂ ਆਪਣੇ ਸਵਾਰਥ ਵਾਸਤੇ ਕੋਈ ਫਾਇਦਾ ਨਹੀਂ ਲਵਾਂਗਾ। ਮੈਂ ਤੇ ਕਈਆਂ ਸਟੇਜਾਂ ਤੋਂ ਕਿਹਾ ਵੀ ਚੰਡੀਗੜ੍ਹ ਤੋਂ ਰੋੜਾ ਸੁੱਟੀਏ ਨਾ ਤੇ ਉਹ ਬਨੂੜ ਆ ਕੇ ਡਿੱਗਦਾ ਹੈ। ਮੇਰਾ ਕਹਿਣ ਦਾ ਭਾਵ ਹੈ ਵੀ ਇੰਨਾ ਲਾਗੇ ਆ, ਕਰੋ ਫਲਾਈਟ ਦੇ ਲਾਗੇ ਆ। ਲੇਕਿਨ ਜੇ ਆਪਾਂ ਨੇ ਬਨੂੜ ਦੀ ਆਪਾਂ ਹਾਲਤ ਵੇਖੀਏ, ਭਾਵੇਂ ਸੀਵਰ ਸਿਸਟਮ ਦੀ ਹੈ, ਭਾਵੇਂ ਗਲੀਆਂ ਦੀ ਹੈ, ਭਾਵੇਂ ਲਾਈਟਾਂ ਦੀ ਹੈ, ਭਾਵੇਂ ਟੂਟੀਆਂ ਦੇ ਪਾਣੀ ਦੀ ਹੈ, ਭਾਵੇਂ ਟਿਊਬਵੈੱਲਾਂ ਦੇ ਬੋਰ ਕਰਨ ਦਾ ਮਸਲਾ ਹੈ। ਛੋਟੀ ਜਿਹੀ ਗੱਲ ਮੈਂ ਇੱਕ ਹੋਰ ਕਰਦਾ ਤੁਹਾਨੂੰ, ਇਹ ਵੀ ਮੈਂ ਕਹੀ ਸੀ ਈਓ ਨੂੰ, ਮੈਂ ਕਹੀ MLA ਸਾਹਿਬ ਨੂੰ, ਮੈਂ ਕਹੀ ਗੁੱਗਾ ਮਾੜੀ ਦੇ ਪਿਛਲੇ ਪਾਸੇ। ਮਤਲਬ ਕਿੱਡੀ ਕੁ ਗੱਲ ਹੈ ਜੀ ਇਹ ਵੀ ਤੁਸੀਂ ਹੁਣ ਆਪਾਂ ਨੂੰ 10 ਸਾਲ ਹੋ ਗਏ, ਪਹਿਲਾਂ ਵੀ ਕਾਂਗਰਸ ਸੀ, ਹੁਣ ਫਿਰ ਕਾਂਗਰਸ ਹੈ, ਸਾਥੋਂ ਉਹ ਹਾਲੇ ਉਹ ਪੱਕਾ ਤੇ ਹੋਇਆ ਨਹੀਂ ਜੀ। ਉਹੋ ਹੀ ਮੱਛਰ ਆ ਉੱਥੇ, ਉਹੋ ਹੀ ਮੱਖੀਆਂ ਉੱਥੇ, ਉਹਦੇ ਵਿੱਚ ਹੀ ਪਾਣੀ ਡਿੱਗ ਰਿਹਾ। ਇਹ ਕੀ ਗੱਲ ਬਣੀ ਜੀ ਇਹ? ਹਾਲਾਂਕਿ MLA ਸਾਹਿਬ ਕਾਫੀ ਤੇਜ਼ ਤਰਾਰ ਨੇ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੁਆਇੰਟ ਨਿਊਜ਼। ਅੱਜ ਅਸੀਂ ਪਹੁੰਚੇ ਹਾਂ ਸੰਧੂ ਫਾਰਮ ਬਨੂੜ ਵਿਖੇ। SMS ਸੰਧੂ ਜੀ, ਜੋ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ, ਜਿਨ੍ਹਾਂ ਦਾ ਕਿ ਹਲਕਾ ਰਾਜਪੁਰਾ ਦੇ ਵਿੱਚ ਚੰਗਾ ਰਸੂਖ ਹੈ। ਹਲਕਾ ਰਾਜਪੁਰਾ ਤੋਂ ਉਹਨਾਂ ਨੂੰ ਲੋਕਾਂ ਦਾ ਚੰਗਾ ਪਿਆਰ ਮਿਲਦਾ ਰਹਿੰਦਾ, ਜੋ ਕਿ ਬਹੁਤ ਹੀ ਵਧੀਆ ਅਤੇ ਮਹਾਨ ਸ਼ਖਸੀਅਤ ਹਨ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਕਿਉਂਕਿ ਪਿਛਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਅਸਤੀਫਾ ਦਿੱਤਾ ਸੀਗਾ ਕਾਂਗਰਸ ਤੋਂ, ਤਾਂ ਉਸ ਤੋਂ ਕੁਛ ਹੀ ਦੇਰ ਬਾਅਦ SMS ਸੰਧੂ ਨੇ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੱਕ ਵਿੱਚ ਅਸਤੀਫਾ ਦੇ ਦਿੱਤਾ ਸੀਗਾ। ਅੱਜ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦਾ ਕਿ ਅਗਲਾ ਸਿਆਸੀ ਭਵਿੱਖ ਕੀ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਆਓ ਚੱਲਦੇ ਹਾਂ ਸੰਧੂ ਫਾਰਮ ਵਿਖੇ। ਸੰਧੂ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਸੰਧੂ ਸਾਹਿਬ, ਅਸੀਂ ਇੱਕ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਰਾਜਨੀਤੀ ਦੇ ਵਿੱਚ ਕਦੋਂ ਤੋਂ ਆਇਆ, ਵੀ ਕਦੋਂ ਤੋਂ ਤੁਹਾਡਾ, ਤੁਸੀਂ ਵੈਸੇ ਸਰਵਿਸ 'ਚ ਰਹੇ ਹੋ, ਤਾਂ ਰਾਜਨੀਤੀ 'ਚ ਆਉਣ ਦਾ ਤੁਹਾਡਾ ਮਤਲਬ ਕਿਵੇਂ ਬਣਿਆ ਵੀ ਰਾਜਨੀਤੀ ਕਰੀਏ? ਰਾਣਾ ਜੀ, ਮੈਂ ਰਿਟਾਇਰ ਹੋਇਆ ਸੀ ਜੀ 2007 ਦੇ ਵਿੱਚ ਬਤੌਰ ਚੀਫ ਇੰਜੀਨੀਅਰ PWD ਪੰਜਾਬ। ਅਤੇ ਕਿਉਂਕਿ ਪਹਿਲਾਂ ਮੇਰੇ ਕੋਲ ਜ਼ਮੀਨ ਜਿਹੜੀ ਸੀ ਉਹ ਜ਼ੀਰਕਪੁਰ ਵਿੱਚ ਟਕੌਲੀ ਵਿੱਚ ਸੀ, ਅਤੇ ਮੈਂ ਹੌਲੀ ਹੌਲੀ ਮੂਵ ਇੱਥੇ ਕਰ ਗਿਆ। ਸੰਧੂ ਫਾਰਮ ਬਨੂੜ ਇਸ ਵੇਲੇ ਮੇਰਾ ਜਿਹੜਾ ਹੈੱਡਕੁਆਰਟਰ ਹੈ। ਅਤੇ ਜਦੋਂ ਮੈਂ ਰਿਟਾਇਰ ਹੋਇਆ ਅਤੇ ਫਿਰ ਮੈਂ, ਕਿਉਂਕਿ ਮੇਰਾ ਕਾਂਗਰਸ ਦੀ ਨੀਤੀਆਂ ਦੇ ਨਾਲ ਮੇਰਾ ਲਗਾਓ ਸੀ, ਤਾਂ ਮੈਂ ਜਦੋਂ ਇੱਥੇ ਆ ਕੇ ਆਪਣਾ ਫਾਰਮ ਹਾਊਸ ਬਣਾਇਆ, ਵਾਈ ਸ਼ੁਰੂ ਕੀਤੀ। ਵਾਈ ਮੈਂ ਆਪ ਹੀ ਕੀਤੀ ਸਾਰੀ ਉਮਰ। ਅਤੇ ਮੇਰਾ ਮਨ ਇਹ ਚਾਹੁੰਦਾ ਸੀਗਾ
ਵੀ ਮੈਂ ਜਿਹੜਾ ਬਨੂੜ ਦੇ ਕਸਬੇ ਦੇ ਵਿੱਚ ਜਾਂ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਹੈ, ਜਦੋਂ ਵੀ ਕੋਈ ਸ਼ਮੂਲੀਅਤ ਸੋਸ਼ਲ ਤੌਰ 'ਤੇ ਮੇਰੀ ਹੁੰਦੀ ਰਹੇ, ਤਾਂ ਮੈਂ ਕਾਂਗਰਸ ਪਾਰਟੀ ਦੇ ਉਦੋਂ ਜਿਹੜੇ ਕਰਤਾ ਧਰਤਾ ਸਨ ਉਹਨਾਂ ਨੂੰ ਬੇਨਤੀ ਕੀਤੀ। ਅਤੇ ਪਰ ਮੈਂ ਸਾਲ ਡੇਢ ਸਾਲ ਦੇਖਿਆ ਵੀ ਉਹ ਮੈਨੂੰ ਕੋਈ ਉਹਨਾਂ ਵੱਲੋਂ ਇਨਕਰੇਜਿੰਗ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਕੋਈ ਉਹਨਾਂ ਦਾ ਵੱਲੋਂ ਮੇਰੇ ਪ੍ਰਤੀ ਕੋਈ ਜਿਹੜਾ ਰੁਝਾਨ ਸੀ ਉਹ ਨਜ਼ਰ ਨਾ ਆਇਆ। ਮੈਂ ਉਹਨਾਂ ਨੂੰ ਕਿਹਾ ਵੀ ਕਾਫੀ ਦਫਾ, ਪਰ ਫਿਰ ਜਾ ਕੇ ਮੈਨੂੰ ਕਿਤੇ ਇਸ ਤਰ੍ਹਾਂ ਪਤਾ ਲੱਗਿਆ ਵੀ ਸ਼ਾਇਦ ਕਿਸੇ ਕੁਛ ਜਿਹੜੇ ਇੱਥੋਂ ਦੀ ਲੋਕਲ ਲੀਡਰਸ਼ਿਪ ਸੀ ਜਾਂ ਈਵਨ ਵੱਡੇ ਵੀ, ਉਹਨਾਂ ਦੇ ਮਨ ਵਿੱਚ ਇਹ ਸ਼ੰਕਾ ਮਹਿਸੂਸ ਉਹਨਾਂ ਕੀਤਾ ਵੀ ਇਹ ਜਿਹੜਾ ਸੰਧੂ ਆਇਆ ਇੱਥੇ, ਵੀ ਇਹ ਕਿਸੇ ਵੇਲੇ ਇੱਥੇ ਇਲੈਕਸ਼ਨ ਲੜੇਗਾ ਜਿਹਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਮੇਰੇ ਮਨ ਵਿੱਚ ਤਾਂ ਵੈਸੇ ਕੋਈ ਗੱਲ ਨਹੀਂ ਸੀ, ਟੂ ਬੀ ਆਨੈਸਟ ਵਿਦ ਯੂ। ਤਾਂ ਜਦੋਂ ਮੈਨੂੰ ਇਹ ਮਹਿਸੂਸ ਹੋਇਆ, ਫਿਰ ਮੈਨੂੰ ਪਿੰਚ ਵੀ ਬਹੁਤ ਹੋਇਆ। ਮਹਾਰਾਣੀ ਸਾਹਿਬਾ ਦੀ ਵੀ ਇਲੈਕਸ਼ਨ ਉਦੋਂ ਆ ਗਈ ਸੀ 2009 ਦੇ ਵਿੱਚ, ਬਲਕਿ ਮੈਂ ਇੱਥੇ ਇੱਕ ਮੈਡੀਕਲ ਕੈਂਪ ਲਗਾਇਆ ਉਹਨਾਂ ਦਿਨਾਂ ਦੇ ਵਿੱਚ, ਅਤੇ 40 ਪਿੰਡ ਜਿਹੜੇ ਸੀ ਮੈਂ ਗਿਆ ਆਪੇ। ਮਹਾਰਾਣੀ ਸਾਹਿਬਾ ਨੂੰ ਰੋਕ ਦਿੱਤਾ ਗਿਆ ਇੱਥੇ ਵਿਜ਼ਿਟ ਤੋਂ, ਵੀ ਜੇ ਤੁਸੀਂ ਸੰਧੂ ਫਾਰਮ 'ਤੇ ਜਾਓਗੇ ਤਾਂ ਅਸੀਂ ਤੁਹਾਡੇ ਨਾਲ ਇਲੈਕਸ਼ਨ ਦੇ ਵਿੱਚ ਨਹੀਂ ਤੁਰਾਂਗੇ। ਉਸ ਗੱਲ ਦਾ ਮੈਨੂੰ ਨਾ ਜੀ ਬਹੁਤ ਮੈਂ ਹੇਠੀ ਮਹਿਸੂਸ ਕੀਤੀ, ਔਰ ਮੈਂ ਮਹਿਸੂਸ ਵੀ ਇਹ ਕੀਤਾ ਵੀ ਇਹ ਕੋਈ ਠੀਕ ਗੱਲ ਨਹੀਂ ਹੈ, ਕਿਉਂਕਿ ਮੇਰਾ ਤਾਂ ਰਾਜਨੀਤਿਕ ਕੈਰੀਅਰ ਹੀ ਕੋਈ ਨਹੀਂ ਸੀਗਾ। ਸੋ ਉਸ ਗੱਲ ਨੂੰ ਫਿਰ ਜਿਹੜੀ ਮੇਰਾ ਜਦੋਂ ਮੈਂ ਮਹਿਸੂਸ ਕੀਤਾ 6 ਵਜੇ ਜਿਹਨੂੰ ਕਹਿੰਦੇ ਹੋ, ਅਤੇ ਫਿਰ ਮੈਂ ਪਿੰਡਾਂ ਪੁੰਡਾਂ 'ਚ ਨਿਕਲ ਪਿਆ। ਫਿਰ ਮੈਂ ਆਪਣਾ ਸਕੂਲਾਂ ਦੇ ਵਿੱਚ ਚਲਾ ਗਿਆ। ਫਿਰ ਇਸ ਤਰ੍ਹਾਂ ਸੋ ਉਹ ਕਰਦਿਆਂ ਫਿਰ ਮਹਾਰਾਜ ਸਾਹਿਬ ਨੇ ਮੈਨੂੰ ਪਾਰਟੀ ਵੀ ਜੁਆਇਨ ਕਰਾ ਲਈ, ਕਾਂਗਰਸ ਪਾਰਟੀ। ਸੋ ਇਸ ਤਰ੍ਹਾਂ ਰਾਜਨੀਤਿਕ ਜੀਵਨ ਮੇਰਾ ਸ਼ੁਰੂ ਹੋਇਆ ਜੀ। ਹੁਣ ਤੁਸੀਂ ਰਾਜਾ ਸਾਹਿਬ ਨੇ ਜਦੋਂ ਪਿੱਛੇ ਜੇ ਅਸਤੀਫਾ ਦਿੱਤਾ ਹੈ ਜੀ, ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਵੀ ਇਨਫੋਟੈਕ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਕੀ ਕਾਰਨ ਸੀ ਵੀ ਤੁਸੀਂ ਵੀ ਇੱਕਦਮ ਅਸਤੀਫਾ ਜਿਹੜਾ ਦਿੱਤਾ ਹੈ? ਰਾਣਾ ਜੀ, ਇਸ ਤਰ੍ਹਾਂ ਹੈਗਾ ਵੀ ਪਿਛਲੇ ਮੈਂ ਰਿਜ਼ਾਈਨ ਕੀਤਾ ਸੀਗਾ ਜੀ 10 ਨਵੰਬਰ ਨੂੰ ਫਰੋਮ ਦੀ ਪੋਜੀਸ਼ਨ ਆਫ ਚੇਅਰਮੈਨ ਪੰਜਾਬ ਇਨਫੋਟੈਕ। ਲੇਕਿਨ ਕਾਂਗਰਸ ਦੇ ਵਿੱਚ ਜਿਹੜੀ ਆਪਸ ਵਿੱਚ ਖਿੱਚੋਤਾਣ ਸੀ ਉਹ ਸ਼ੁਰੂ ਹੋ ਚੁੱਕੀ ਸੀ ਤਕਰੀਬਨ ਅਗਸਤ ਸੈਪਟੰਬਰ ਦੇ ਵਿੱਚ, ਅਤੇ ਮਹਾਰਾਜ ਸਾਹਿਬ ਨੂੰ ਟਾਰਗੇਟ ਹੌਲੀ ਹੌਲੀ ਕਰਦਿਆਂ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਵੀ ਮਹਾਰਾਜ ਸਾਹਿਬ ਕਰਕੇ ਕਾਂਗਰਸ ਠੀਕ ਨਹੀਂ ਹੈ ਜੀ, ਬਦਲਣਾ ਚਾਹੀਦਾ ਹੈ ਜੀ, ਪ੍ਰਧਾਨ ਇਹ ਚਾਹੀਦਾ ਹੈ ਜੀ, ਇਸ ਤਰ੍ਹਾਂ ਚੀਫ ਮਿਨਿਸਟਰ ਇਹ ਚਾਹੀਦਾ ਜੀ। ਸੋ ਮੈਨੂੰ ਦੁੱਖ ਹੋਇਆ ਜੀ ਸਾਰੀਆਂ ਗੱਲਾਂ ਦਾ ਬਹੁਤ ਜ਼ਿਆਦਾ, ਅਤੇ ਜਿਸ ਕਿਸਮ ਦਾ ਰਵੱਈਆ ਹਾਈ ਕਮਾਂਡ ਔਰ ਪੰਜਾਬ ਦੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ, ਜਿਹੜਾ ਸਾਰੇ ਮਿਨਿਸਟਰ ਵਗੈਰਾ ਵਿੱਚ ਹੀ ਨੇ, ਉਹਦੇ ਲੈਜਿਸਲੇਟਿਵਸ ਨੇ ਜਿਹੜੇ ਸਾਰੇ, ਤਾਂ ਉਹ ਮੇਰੇ ਮਨ 'ਚ ਆਇਆ ਵੀ 4.5 ਸਾਲ ਤਾਂ ਤੁਸੀਂ ਮੌਜਾਂ ਮਾਣੀਆਂ ਉਸ ਸ਼ਖਸੀਅਤ ਦੇ ਕਰਕੇ, ਮਤਲਬ ਉਹਨਾਂ ਨੇ ਤੁਹਾਨੂੰ ਪਾਵਰ ਦਿੱਤੀ ਪੂਰੀ ਵੀ ਤੁਸੀਂ ਪੰਜਾਬ ਦੀ ਭਲਾਈ ਵਾਸਤੇ ਕੰਮ ਕਰੋ, ਲੇਕਿਨ ਤੁਸੀਂ ਉਹ ਮਿਸਯੂਜ਼ ਕੀਤੀ ਆਪਣੇ ਮਫਾਦ ਵਾਸਤੇ, ਅਤੇ ਹੁਣ ਤੁਸੀਂ ਉਹਨਾਂ ਨੂੰ ਕਚਹਿਰੇ 'ਚ ਖੜਾ ਕਰ ਰਹੇ ਹੋ। ਮੇਰਾ ਮਨ ਨਹੀਂ ਲੱਗਿਆ ਜੀ। ਸੋ ਮੈਂ ਆਪਣੇ ਮਨ ਨੇ ਅੰਦਰੋਂ ਮੇਰੇ ਆਵਾਜ਼ ਆਈ ਵੀ ਆਈ ਸ਼ੁੱਡ ਕੁਇਟ ਇਨ ਫੇਵਰ ਆਫ ਕੈਪਟਨ ਅਮਰਿੰਦਰ ਸਿੰਘ, ਔਰ ਮੈਂ 10 ਨਵੰਬਰ ਨੂੰ ਰਿਜ਼ਾਈਨ ਕਰਤਾ ਸੀ ਜੀ। ਇਹ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਇਹ ਕਿੱਧਰ ਨੂੰ ਜਾ ਰਹੀ ਹੈ? ਇੱਕ ਤਰ੍ਹਾਂ ਲੜਖੜਾਂਦੀ ਜੀ ਨਜ਼ਰ ਆਈ ਹੈ, ਇਹ ਕਿੱਦਾਂ ਦੇਖਦੇ ਹੋ ਤੁਸੀਂ ਇਹਨਾਂ ਨੂੰ? ਰਾਜਨੀਤੀ ਜੀ, ਇਹ ਤੁਸੀਂ ਬੜਾ ਜਿਹੜਾ ਸਵਾਲ ਇਹ ਕੀਤਾ ਹੈ, ਢੁਕਵਾਂ ਸਵਾਲ, ਵਾਜਬ ਸਵਾਲ ਹੈ ਵੈਸੇ, ਪਰ ਜੇ ਮੈਂ ਜਵਾਬ ਦੇਵਾਂਗਾ ਤਾਂ ਉਹ ਸ਼ਾਇਦ ਕਿਸੇ ਨੂੰ ਪਿੰਚ ਵੀ ਕਰੇ ਇਹ ਗੱਲਾਂ ਜਿਹੜੀਆਂ ਨੇ। ਦੇਖੋ, ਮੈਂ 32-33 ਸਾਲ ਨੌਕਰੀ ਕੀਤੀ ਹੈ। ਨੌਕਰੀ ਦੇ ਵਿੱਚ ਐਜ਼ SDO, ਐਕਸੀਅਨ, SC, ਚੀਫ ਇੰਜੀਨੀਅਰ, ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ।
ਔਰ ਨਾਲ ਦੀ ਨਾਲ ਮੈਨੂੰ ਮੌਕਾ ਮਿਲਿਆ ਵੱਖਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਸਮੇਂ-ਸਮੇਂ 'ਤੇ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਗਵਰਨਮੈਂਟ ਬਣਾਈ ਅਤੇ ਮੈਂ ਬੜਾ ਲਾਗਿਓਂ ਹੋ ਕੇ ਉਹਨਾਂ ਦੇ ਨਾਲ ਮੈਂ ਕੰਮ ਕੀਤਾ ਹਰ ਪੋਜੀਸ਼ਨ ਦੇ ਵਿੱਚ ਹੀ। ਅਤੇ ਮੇਰਾ ਅਨੁਭਵ ਜਿਹੜਾ ਇਹ ਹੈ ਬਈ ਮੈਂ ਸਾਹਿਬ ਬੇਅੰਤ ਸਿੰਘ ਹੋਰਾਂ ਨਾਲ ਮੈਂ ਕੰਮ ਕੀਤਾ, SS ਬਰਨਾਲਾ ਨਾਲ ਮੈਂ ਕੰਮ ਕੀਤਾ, ਮਹਾਰਾਜ ਕੈਪਟਨ ਅਮਰਿੰਦਰ ਸਿੰਘ ਨਾਲ ਮੈਂ ਪਹਿਲੀ ਟੈਨਿਓਰ ਵਿੱਚ ਵੀ ਕੰਮ ਕੀਤਾ ਐਜ਼ ਚੀਫ ਇੰਜੀਨੀਅਰ। ਲੇਕਿਨ ਇਸ ਤਰ੍ਹਾਂ ਨਹੀਂ ਸੀ ਹੁੰਦਾ। ਉਦੋਂ ਰਾਜਨੀਤੀ ਜਿਹੜੀ ਸੀ ਉਹ ਲੋਕ ਸੇਵਾ ਦੇ ਰੂਪ ਵਿੱਚ ਗਿਣੀ ਜਾਂਦੀ ਸੀ। ਜਿਹੜਾ MLA ਬਣਦਾ ਹੈ ਜਾਂ ਜਿਸ ਤਰ੍ਹਾਂ ਵੀ ਜਿਹੜਾ ਜਿੱਤ ਕੇ ਆਉਂਦਾ ਹੈ ਉਹਦੇ 'ਤੇ ਅਹਿਸਾਨ ਉਹ ਮਹਿਸੂਸ ਕਰਦਾ ਸੀ ਵੀ ਮੈਨੂੰ ਮੇਰੇ ਲੋਕਾਂ ਨੇ ਜਿੱਤਿਆ ਹੈ ਅਤੇ ਮੈਂ ਰਿਣੀ ਹਾਂ ਇਹਨਾਂ ਦਾ ਔਰ ਮੈਂ ਇਹ ਵਾਪਸ ਕਰਨਾ ਕਿਸੇ ਨਾ ਕਿਸੇ ਤਰ੍ਹਾਂ। ਲੇਕਿਨ ਜੋ ਹੁਣ ਦੀ ਰਾਜਨੀਤੀ ਮੈਂ ਦੇਖ ਰਿਹਾ ਪਿਛਲੇ 4-4.5 ਸਾਲ ਦੀ ਜੋ ਚੱਲਿਆ ਕੰਮਕਾਰ, ਉਹਦੇ ਵਿੱਚ ਅਹਿਸਾਨ ਵਾਲੀ ਗੱਲ ਤਾਂ ਛੱਡੋ ਤੁਸੀਂ। ਉਹ ਤਾਂ ਇਸ ਤਰ੍ਹਾਂ ਰਾਜਨੀਤਿਕ ਜਿਹੜੇ ਬੰਦੇ ਨੇ ਮਹਿਸੂਸ ਕਰਨ ਲੱਗ ਪੈਂਦੇ ਨੇ ਵੀ ਅਸੀਂ ਬੜੇ ਵੱਡੇ ਹਾਕਮ ਹਾਂ, ਵੀ ਇਹ ਸਾਡਾ ਹੱਕ ਸੀ ਅਤੇ ਇਹਨਾਂ ਨੇ ਸਾਨੂੰ ਜਿਤਾਇਆ ਅਤੇ ਹੁਣ ਸਾਡੇ ਕੋਲ ਐਡੀ ਵੱਡੀ ਪਾਵਰ ਆ ਵੀ ਅਸੀਂ ਜਿਹੜਾ ਮਰਜ਼ੀ ਫੈਸਲਾ ਲੈ ਸਕਦੇ ਹਾਂ। ਇਹ ਰਾਜਨੀਤੀ ਗਲਤ ਹੈ। ਜੇ ਇਹਨੂੰ ਛੋਟੇ ਲਫ਼ਜ਼ਾਂ 'ਚ ਕਿਹਾ ਜਾਵੇ ਤਾਂ ਰਾਜਨੀਤੀ ਸਵਾਰਥਵਾਦੀ ਹੋ ਗਈ, ਜਿਹੜੀ ਕਿ ਘਾਤਕ ਹੈ ਆਪਣੇ ਪੰਜਾਬ ਵਾਸਤੇ ਵੀ ਔਰ ਸਮੁੱਚੇ ਮੁਲਕ ਵਾਸਤੇ ਵੀ। ਜਿੱਥੇ ਕਿਤੇ ਵੀ ਵਰਲਡ ਦੇ ਵਿੱਚ ਸਵਾਰਥਵਾਦੀ ਰਾਜਨੀਤੀ ਆਈ ਹੈ ਉੱਥੇ ਮੁਲਕ ਦਾ ਵੀ ਨੁਕਸਾਨ ਹੋਇਆ ਔਰ ਰਾਜਨੀਤਿਕ ਪਾਰਟੀਆਂ ਦਾ ਵੀ ਨੁਕਸਾਨ ਹੋਇਆ। ਹੁਣ ਤੁਸੀਂ ਇਹ ਇਨਫੋਟੈਕ ਦੇ ਪਦ ਤੋਂ ਅਸਤੀਫਾ ਦਿੱਤਾ ਹੈ ਜੀ, ਇਸ ਤੋਂ ਬਾਅਦ ਤੁਹਾਡੀ ਕੀ ਰਣਨੀਤੀ ਹੈ ਰਾਜਨੀਤੀ ਦੇ ਵਿੱਚ? ਦੇਖੋ ਜੀ, ਮੈਂ ਤਾਂ ਉਸ ਪਰਿਵਾਰ ਦਾ ਸਿਪਾਹੀ ਹਾਂ। ਮੈਨੂੰ ਜਿੱਥੇ ਖਿਲਾਰਨਗੇ ਮੈਂ ਉਹਨਾਂ ਦਾ ਹੁਕਮ ਬਿਲਕੁਲ ਹੂਬਹੂ ਮੰਨਦਾ ਆਇਆ ਔਰ ਮੰਨੂੰਗਾ। ਜੇ ਉਹ ਮੈਨੂੰ ਕਹਿਣਗੇ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਤਾਂ ਮੈਂ ਜ਼ਰੂਰ ਲੜਾਂਗਾ। ਉਹ ਮੈਨੂੰ ਮਤਲਬ ਮੇਰੇ ਮਨ 'ਤੇ ਕੋਈ ਭਾਰ ਨਹੀਂ ਹੈ। ਸੋ ਇਹ ਸਾਰੀਆਂ ਗੱਲਾਂ ਉਹਨਾਂ 'ਤੇ ਡਿਪੈਂਡ ਕਰਦੀਆਂ ਨੇ ਵੀ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ। ਤੁਸੀਂ ਐਲਾਨ ਵੀ ਕਿਹਾ ਵੀ ਹੈ ਵੀ ਚੋਣ ਲੜਾਂਗਾ ਮੈਂ ਇੱਥੋਂ ਰਾਜਪੁਰੇ ਹਲਕੇ ਤੋਂ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ। ਮੈਂ ਕਿਉਂਕਿ ਰਾਜਪੁਰੇ ਦੇ ਵਿੱਚ ਮੈਂ ਬਹੁਤ ਕੰਮ ਕੀਤਾ ਹੋਇਆ ਹੈ ਔਰ ਮੇਰਾ ਜਿਹੜਾ ਪੋਲੀਟੀਕਲ ਹੈੱਡਕੁਆਰਟਰ ਹੈ ਉਹ ਸੰਧੂ ਫਾਰਮ ਬਨੂੜ ਹੈ ਔਰ ਮੇਰਾ ਮਨ ਕਰਦਾ ਹੈ ਵੀ ਮੈਂ ਇੱਥੋਂ ਇਲੈਕਸ਼ਨ ਲੜਾਂ। ਮਹਾਰਾਜਾ ਜੀ ਨੇ ਜਿਹੜੇ ਆਪਣੇ ਕਾਰਜਕਾਲ ਦੌਰਾਨ ਕੰਮ ਕੀਤੇ ਹੈ ਜੀ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਵੀ ਸਹੀ ਹੋਏ ਜਾਂ ਕੁਛ ਰਹਿ ਗਏ ਜਾਂ ਕੁਛ ਹੋਣੇ ਹਲੇ ਬਾਕੀ ਸੀ? ਦੇਖੋ, ਮੇਰੀ ਸਮਝ ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਹੁਰੀ ਬੜੇ ਹੀ ਦੂਰ ਅੰਦੇਸ਼ੀ ਔਰ ਇੱਕ ਬੜੇ ਸੁਲਝੇ ਹੋਏ ਪੜ੍ਹੇ ਲਿਖੇ ਸਟੇਟਸਮੈਨ ਪੋਲੀਟੀਸ਼ੀਅਨ ਨੇ। ਉਹਨਾਂ ਦਾ ਮੁਕਾਬਲਾ ਇੰਟੈਲੀਜੈਂਸ ਵਾਈਜ਼ ਮੇਰੇ ਸਾਹਮਣੇ ਹੋਰ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ ਅੱਜ ਦੀ ਡੇਟ ਵਿੱਚ। ਪੰਜਾਬ ਦੇ ਵਿੱਚ ਨੈਸ਼ਨਲ ਲੈਵਲ 'ਤੇ ਵੀ ਉਹ ਉੱਪਰ ਵਾਲੇ ਬੰਦਿਆਂ 'ਚ ਆਉਂਦੇ ਨੇ ਜਿਨ੍ਹਾਂ ਕੋਲ ਫੋਰਸਾਈਟ ਹੈ, ਜਿਨ੍ਹਾਂ ਕੋਲ ਅਬਿਲਿਟੀ ਹੈ, ਜਿਨ੍ਹਾਂ ਕੋਲ ਦਿਆਨਤਦਾਰੀ ਹੈ, ਜਿਨ੍ਹਾਂ ਕੋਲ ਸਟੇਟਸਮੈਨਸ਼ਿਪ ਹੈ। ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਵੀ ਉਹਨਾਂ ਨੇ ਪੰਜਾਬ ਦੇ ਵਿੱਚ, ਮੈਂ ਇਹ ਗੱਲ ਕਹਾਂਗਾ, ਮੈਂ ਕਿਉਂਕਿ ਬੇਅਦਬੀ ਦੇ ਮਸਲੇ ਸਨ, ਤੁਹਾਡੇ ਇਹ ਜਿਹੜੇ ਆਪਣੇ ਸਿੱਟ ਸੀ ਆਦਿ ਜਿਹੜੀ ਤੁਹਾਡੀ ਜਿਹਨੂੰ ਕਹਿੰਦੇ ਆਪਾਂ ਨਸ਼ਿਆਂ ਵਾਲੀ ਸੀਗੀ, ਇਹ ਦੋ ਮੁੱਦੇ ਸਨ ਜ਼ਿਆਦਾ। ਫਿਰ ਆਪਾਂ ਕਿਸਾਨਾਂ ਦੇ ਕਰਜ਼ੇ ਮੁਆਫੀ ਵਾਲਾ ਮਾਮਲਾ ਸੀ। ਚੌਥਾ ਮੁੱਦਾ ਜਿਹੜਾ ਸੀਗਾ ਉਹ ਆਪਣਾ ਸੀਗਾ ਤੁਹਾਡਾ ਇੰਡਸਟਰੀ ਲਿਆਉਣ ਦਾ। ਜਿੱਥੋਂ ਤੱਕ ਤੇ ਬੇਅਦਬੀ ਦਾ ਸੰਬੰਧ ਹੈ ਜਾਂ ਤੁਹਾਡੀ ਇਹ ਨਸ਼ੇ ਵਾਲੇ ਮਸਲੇ ਦਾ ਸੰਬੰਧ ਹੈ, ਉਹਨਾਂ ਆਪਣੇ ਸਮੇਂ ਦੇ ਵਿੱਚ ਬੇਇੰਤਹਾ ਲੋਕਾਂ ਨੂੰ ਜਿਹੜੇ ਡਰੱਗ ਲਾਰਡ ਸਨ ਉਹਨਾਂ ਨੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਬੰਦ ਕੀਤਾ। ਜਿੱਥੋਂ ਤੱਕ ਗੱਲ ਹੈ ਵੀ ਉਦੋਂ ਉੱਪਰ ਵਾਲੇ ਬੰਦਿਆਂ ਨੂੰ ਤੁਸੀਂ ਜੇ ਹੈਗੇ ਨੇ ਜਾਂ ਨਹੀਂ ਹੈਗੇ, ਉਹਨਾਂ ਨੂੰ ਕਦੋਂ ਤੁਸੀਂ ਕੀ ਐਕਸ਼ਨ ਲੈਂਦੇ ਹੋ। ਦੇਖੋ, ਉਹਨਾਂ ਨੇ ਸਿੱਟ ਬਣਾਈ, ਸਿੱਟ ਨੇ ਆਪਣੀ ਰਿਪੋਰਟ ਦਿੱਤੀ,
ਔਰ ਮੈਂ ਸਮਝਦਾ ਵੀ ਉਹ ਇਸ ਪਾਸੇ ਤੁਰੇ ਹੋਏ ਸਨ ਔਰ ਆਪਣੀ ਸੂਝ ਦੇ ਮੁਤਾਬਕ ਉਹਨਾਂ ਨੇ ਜਦੋਂ ਵੀ ਸਮਾਂ ਆਉਂਦਾ ਸੀ ਉਹਨਾਂ ਨੇ ਇਹ ਕੰਮ ਕਰਨਾ ਸੀਗਾ। ਬੇਅਦਬੀ ਵਾਲਾ ਮਾਮਲਾ ਜਿਹੜਾ ਹੈ ਉਹਦੇ ਵਿੱਚ ਵੀ, ਕਿਉਂਕਿ ਦੇਖੋ ਕਹਿਣੀਆਂ ਗੱਲਾਂ ਬੜੀਆਂ ਸੌਖੀਆਂ ਹੁੰਦੀਆਂ ਨੇ। ਜਿੱਦਣ ਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰਿਜ਼ਾਈਨ ਦਿੱਤਾ ਹੈ, ਹੁਣ ਮੇਰੇ ਖਿਆਲ 3.5 ਮਹੀਨੇ ਹੋ ਗਏ ਉਸ ਗੱਲ ਨੂੰ ਵੀ, ਹੈ ਨਾ ਜੀ। 90 ਜਮ੍ਹਾਂ 15, ਹਾਂਜੀ 105 ਦਿਨ ਹੋ ਗਏ। ਤੁਸੀਂ ਮੈਨੂੰ ਦੱਸੋ ਵੀ 105 ਦਿਨਾਂ ਦੇ ਵਿੱਚ ਹੋਣ ਵਾਲੀ ਸਰਕਾਰ ਨੇ ਇਹਨਾਂ ਦੋਨਾਂ ਮੁੱਦਿਆਂ 'ਤੇ ਕੀ ਕੀਤਾ? ਉੱਥੇ ਹੀ ਗੱਲਾਂ ਲਟਕ ਰਹੀਆਂ ਨੇ, ਕਿਉਂਕਿ ਕੋਰਟ ਦਾ ਮਸਲਾ ਹੈ। ਇਹਦੇ ਵਿੱਚ ਜਿਹੜਾ ਤੁਹਾਡਾ ਨਾ ਜੀ ਵੀ ਕਚਹਿਰੀਆਂ ਦਾ ਮਸਲਾ, ਵਕੀਲਾਂ ਦਾ ਮਸਲਾ, ਲੀਗਲ ਪੁਆਇੰਟ, ਇਹ ਸਾਰੇ ਵਿੱਚ ਆ ਜਾਂਦੇ ਨੇ। ਬੜਾ ਵਿਚਾਰ ਕਰਕੇ ਗਾਂ ਤੁਰਨਾ ਪੈਂਦਾ, ਔਰ ਮੈਂ ਸਮਝਦਾ ਵੀ ਉਹ ਤੁਰ ਰਹੇ ਸਨ। ਜਿੱਥੋਂ ਤੱਕ ਗੱਲ ਰਹਿ ਗਈ ਇੰਡਸਟਰੀ ਦੀ, ਇੰਡਸਟਰੀ ਆਈ ਹੈ। ਔਰ ਤੁਸੀਂ ਇੰਡਸਟਰੀ ਦੀ ਗੱਲ ਕੀਤੀ, ਮੇਰੀ ਇੱਕ ਗੱਲ ਕਿਤੇ ਨੋਟ ਕਰ ਛੱਡਿਓ ਵੀ ਜਿਹੜੇ ਇੰਡਸਟਰੀਲਿਸਟ ਨੇ ਉਹ ਬੜੇ ਪੂੰਜੀਵਾਦੀ ਲੋਕ ਔਰ ਬੜੇ ਹਾਈ ਲੈਵਲ ਦੇ ਬੰਦੇ ਨੇ, ਬਹੁਤ ਅਮੀਰ। ਉਹਨਾਂ ਕੋਲ ਬਹੁਤ ਜ਼ਰੀਏ ਹੁੰਦੇ ਨੇ, ਬੜੀਆਂ ਥਾਵਾਂ 'ਤੇ ਉਹਨਾਂ ਨੂੰ ਆਫਰਾਂ ਹੁੰਦੀਆਂ ਨੇ ਵੀ ਤੁਸੀਂ ਇੰਡਸਟਰੀ ਲਗਾਓ, ਲੇਕਿਨ ਉਹ ਉਸ ਜਗ੍ਹਾ ਨੂੰ ਪਸੰਦ ਕਰਦੇ ਨੇ ਜਿੱਥੋਂ ਦੀ ਗਵਰਨਮੈਂਟ ਦਾ ਹੈੱਡ ਜਿਹੜਾ ਉਹ ਏਬਲ ਹੋਵੇ, ਅੱਛਾ ਕਾਬਲ ਐਡਮਿਨਿਸਟ੍ਰੇਟਰ ਹੋਵੇ, ਔਰ ਜਿਹੜੀ ਗੱਲ ਉਹ ਕਵੇ ਉਹਦੇ 'ਤੇ ਖਲੋਣ ਵਾਲਾ ਹੋਵੇ, ਅਤੇ ਉਸ ਸਟੇਟ ਦੇ ਵਿੱਚ ਇੰਡਸਟਰੀ ਆਉਂਦੀ ਹੈ। ਔਰ ਮਹਾਰਾਜ ਸਾਹਿਬ ਦੇ ਆਪਣਾ ਟੈਨਿਓਰ ਦੇ ਵਿੱਚ ਬੇਸ਼ੁਮਾਰ ਇੰਡਸਟਰੀ ਆਈ ਹੈ, ਠੀਕ ਹੈ ਜੀ। ਉਹ ਇਸ ਵੇਲੇ ਫਾਈਨਲ ਸਟੇਜ 'ਤੇ ਕੋਈ ਯੂਨਿਟ ਪ੍ਰੋਡਕਸ਼ਨ ਵਿੱਚ ਵੀ ਆ ਚੁੱਕੇ ਨੇ, ਕੁਛ ਆਉਣ ਵਾਲੇ ਨੇ। ਆਉਣ ਵਾਲੇ ਸਮੇਂ 'ਚ ਹੁਣ ਵਾਲੀ ਸਰਕਾਰ ਦਾ ਕਿਸ ਤਰ੍ਹਾਂ ਕੀ ਸਿਸਟਮ ਹੈ ਉਹਨਾਂ ਨੂੰ ਪਤਾ ਹੋਏਗਾ। ਜਿੱਥੋਂ ਤੱਕ ਜ਼ਿਮੀਂਦਾਰਾਂ ਦੇ ਤੁਹਾਡੇ ਜਿਹੜੇ ਲੋਨ ਵਾਪਸ ਕਰਨ ਦਾ ਮਸਲਾ ਹੈ, ਵੇਖੋ ਉਹਨਾਂ ਕਿਹਾ ਸੀ ਵੀ ਮੈਂ ਮਾफ़ ਕਰਾਂਗਾ, ਔਰ ਹਿੰਦੁਸਤਾਨ ਦੇ ਵਿੱਚ ਇਹ ਪਹਿਲਾ ਹੀ ਚੀਫ ਮਿਨਿਸਟਰ ਹੈ, ਔਰ ਇਹ ਪਹਿਲੀ ਹੀ ਸਟੇਟ ਹੈ ਜਿਹਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਜਿਹੜੇ ਨੇ ਉਹ ਜ਼ਿਮੀਂਦਾਰਾਂ ਦੇ ਕਰਜ਼ੇ ਮਾफ़ ਕੀਤੇ। ਇਹ ਠੀਕ ਗੱਲ ਹੈ ਵੀ ਸਾਰੇ ਬਿਲਕੁਲ ਜ਼ੀਰੋ ਥੱਲੇ ਤੋਂ ਲੈ ਕੇ ਉੱਪਰ ਤੱਕ ਨਹੀਂ ਹੋ ਪਾਏ ਹਾਲੇ ਤਾਈਂ, ਲੇਕਿਨ ਜਿਵੇਂ ਜਿਵੇਂ ਸਰਕਾਰ ਕੋਲ ਪੈਸੇ ਆਉਂਦੇ ਰਹੇ ਉਹਨਾਂ ਨੇ ਇਹਨਾਂ ਨੂੰ ਦਿੱਤੇ, ਔਰ ਇਸ ਤਰ੍ਹਾਂ ਹੀ ਉਹਨਾਂ ਦੇਣੇ ਵੀ ਸਨ ਇਸ ਸਮੇਂ ਦੇ ਵਿੱਚ ਵੀ। ਇੱਕ ਜਿਹੜੀ ਹੁਣ CM ਚਰਨਜੀਤ ਚੰਨੀ ਹੁਣਾਂ ਤੇ ਸਿੱਧੂ ਦੇ ਵਿੱਚ ਜਿਹੜੀ ਇਹ ਕਸ਼ਮਕਸ਼ ਚੱਲ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਜੀ? ਦੇਖੋ ਮੈਂ ਤਾਂ ਆਪ ਕਾਂਗਰਸ ਵਿੱਚ ਹੀ ਰਿਹਾ ਹੈ, ਮਨ ਦੁਖਦਾ ਬਹੁਤ ਹੈ, ਕਿਉਂਕਿ ਇਹ ਕੋਈ ਅੱਛੀਆਂ ਨਿਸ਼ਾਨੀਆਂ ਨਹੀਂ ਹੈ ਪਾਰਟੀ ਵਾਸਤੇ ਜਿਹਦੇ ਅੰਦਰ ਇੰਨੀ ਕਸ਼ਮਕਸ਼। ਤੁਸੀਂ ਸਿੱਧੂ ਤੇ ਚੰਨੀ ਸਾਹਿਬ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਵੀ ਵਜ਼ੀਰ ਔਰ ਮਿਨਿਸਟਰ ਔਰ MLA ਵੀ ਆਪਸ ਵਿੱਚ ਖਈ ਜਾਂਦੇ ਨੇ ਛੋਟੀਆਂ ਗੱਲਾਂ 'ਤੇ, ਔਰ ਇਹ ਮੰਦਭਾਗੀ ਗੱਲ ਹੈ। ਚੰਨੀ ਸਾਹਿਬ ਵੈਸੇ ਤਾਂ ਸ਼ਰੀਫ ਆਦਮੀ ਨੇ, ਕੋਈ ਐਸੀ ਉਹ ਆਪਣੀ ਸਮਝ ਦੇ ਮੁਤਾਬਕ ਕੰਮ ਕਰ ਰਹੇ ਨੇ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਸਿੱਧੂ ਸਾਹਿਬ ਕਈ ਦਫਾ ਉਹ ਲਕਸ਼ਮਣ ਰੇਖਾ ਪਾਰ ਕਰ ਜਾਂਦੇ ਨੇ, ਉਹ ਅਨੁਸ਼ਾਸਨ ਦੇ ਵਿੱਚ ਕਈ ਦਫਾ ਨਹੀਂ ਰਹਿੰਦੇ। ਉਹਦੇ ਨਾਲ ਉਹਨਾਂ ਦੇ ਮਨ 'ਚ ਕੋਈ ਗੱਲ ਹੋਵੇ ਨਾ ਹੋਵੇ ਮੈਨੂੰ ਉਸ ਗੱਲ ਦਾ ਨਹੀਂ ਪਤਾ, ਪਰ ਕਈ ਦਫਾ ਪਬਲਿਕ ਡੋਮੇਨ 'ਚ ਜਾ ਕੇ ਉਹਦੇ ਮਤਲਬ ਜਿਹੜੇ ਨੇ ਉਹ ਕਈ ਕਿਸਮ ਦੇ ਨਿਕਲਦੇ ਨੇ, ਜਿਹਦੇ ਨਾਲ ਪਾਰਟੀ ਔਰ ਆਪਣਾ ਅਕਸ਼ ਵੀ ਜਿਹੜਾ ਉਹਨੂੰ ਵੀ ਨੁਕਸਾਨ ਪਹੁੰਚਦਾ ਹੈ। ਹੁਣ ਰਾਜਾ ਸਾਹਿਬ BJP ਨਾਲ ਟਾਈ ਅਪ ਕਰ ਰਹੇ ਹੈ ਜਾਂ ਹੋ ਸਕਦਾ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਵੀ ਦੇਖੋ ਜੇ ਆਪਾਂ 1947 ਤੋਂ ਬਾਅਦ ਹਿੰਦੁਸਤਾਨ ਦੀ ਰਾਜਨੀਤੀ ਵੱਲ ਝਾਤੀ ਮਾਰੀਏ ਤੇ ਪੰਜਾਬ ਨਾਲ ਵਿਤਕਰਾ ਹੋਇਆ ਠੋਕ ਵਜਾ ਕੇ, ਔਰ ਹਮੇਸ਼ਾ ਹੀ ਤਕਰੀਬਨ ਕਾਂਗਰਸ ਦੀ ਸਰਕਾਰ ਰਹੀ ਹੈ ਸੈਂਟਰ ਦੇ ਵਿੱਚ। ਜਿੰਨੀਆਂ ਜ਼ਿਆਦਤੀਆਂ ਹੋਈਆਂ, ਭਾਵੇਂ ਦਰਬਾਰ ਸਾਹਿਬ ਵਾਲੀ ਗੱਲ ਕਰ ਲਓ ਜਾਂ 84 ਦੇ ਰਾਈਟਸ ਵਾਲੀ ਗੱਲ ਕਰ ਲਓ, ਪੰਜਾਬ ਨੂੰ ਨਾਲ ਵਾਲੇ ਸੂਬਿਆਂ ਦੇ JNK ਔਰ ਆਪਣਾ ਹਿਮਾਚਲ ਦੇ ਬਰਾਬਰ ਰੱਖਣਾ ਇੰਡਸਟਰੀ ਵਾਸਤੇ, ਛੋਟਾਂ ਦੇਣ ਵਾਸਤੇ ਪੰਜਾਬ ਦਾ ਨੁਕਸਾਨ ਉਹਨਾਂ ਕੀਤਾ ਹੈ। ਮੈਂ ਇੱਕ ਗੱਲ ਮੇਰਾ ਮਨ ਕਰਦਾ ਹੈ ਕਹਿਣ ਨੂੰ
ਵੀ ਕਿਸਾਨਾਂ ਦਾ ਮਸਲਾ ਚੱਲ ਰਿਹਾ ਬਹੁਤ ਪੁਰਾਣੇ ਤਲ, ਸਾਲ ਡੇਢ ਸਾਲ ਹੋ ਗਿਆ ਇਸ ਗੱਲ ਨੂੰ, ਨੁਕਸਾਨ ਹੋਇਆ ਬੜਾ, ਕੋਈ ਸ਼ੱਕ ਨਹੀਂ ਇਸ ਗੱਲ 'ਚ। ਔਰ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਕਈ ਦਫਾ ਉਹ ਬਹੁਤ ਉਹਨਾਂ ਕੋਲ ਗਲਤ ਕਿਸਮ ਦੇ ਸਲਾਹਕਾਰ ਵੀ ਹੁੰਦੇ ਨੇ, ਅਤੇ ਕਈ ਦਫਾ ਜ਼ਮੀਨੀ ਹਾਲਾਤ ਜਿਹੜੇ ਨੇ ਉਹਨਾਂ ਤੋਂ ਕਈ ਦਫਾ ਥੋੜ੍ਹੇ ਜਿਹੇ ਦੂਰ ਹੋ ਜਾਇਆ ਕਰਦੇ ਨੇ। ਪਰ ਫਿਰ ਵੀ ਮੈਂ ਨਰਿੰਦਰ ਮੋਦੀ ਨੂੰ ਇਸ ਗੱਲ ਦਾ ਕ੍ਰੈਡਿਟ ਦਿਆਂਗਾ ਵੀ ਉਹਨਾਂ ਨੇ ਕਿਸਾਨਾਂ ਦਾ ਸੰਘਰਸ਼ ਨੂੰ ਵੇਖਦੇ ਹੋਏ ਪੰਜਾਬ ਦੀ ਸ਼ਾਂਤੀ ਵਾਸਤੇ ਉਹਨਾਂ ਨੇ ਉਹਨਾਂ ਦੇ ਔਰ ਜਿਹੜੇ ਨੇ ਤਿੰਨੇ ਕਾਨੂੰਨ ਰੱਦ ਕੀਤੇ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਇਹਦਾ ਜਿਹੜਾ ਸ਼੍ਰੇਅ ਹੈ, ਜਿਹੜਾ ਸਿਰ ਹੈ 32 ਦੀ 32 ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ ਉਹਨਾਂ ਨੂੰ ਜਾਂਦਾ ਹੈ, ਔਰ ਨਾਲ ਦੀ ਨਾਲ ਨਰਿੰਦਰ ਮੋਦੀ ਨੂੰ ਵੀ ਥੋੜ੍ਹਾ ਬਹੁਤਾ ਜਾਂਦਾ, ਔਰ ਧੰਨਵਾਦ ਕਰਨਾ ਬਣਦਾ ਨਰਿੰਦਰ ਮੋਦੀ ਦਾ ਜਿਨਨੇ ਫਿਰ ਵੀ ਇਹ ਉਹਨਾਂ ਦਾ ਕੰਮ ਕੀਤਾ। ਔਰ ਹੁਣ ਵੀ MSP ਦੀ ਕਮੇਟੀ ਉਹਨਾਂ ਬਣਾ ਦੇਣੀ ਹੈ ਜੀ। ਪਰਾਲੀ ਵਾਲਾ ਮਸਲਾ ਉਹਨਾਂ ਕਹਿ ਦਿੱਤਾ ਹੈ, ਆਪਣਾ ਤੁਹਾਡਾ ਬਿਜਲੀ ਵਾਲਾ ਉਹਨਾਂ ਕੋਈ ਉਹਦੇ 'ਤੇ ਅਸਰ ਨਹੀਂ ਕਰਨਾ, ਉਹਨਾਂ ਗੱਲ ਕਹਿ ਦਿੱਤੀ ਹੈ। ਇਹੀ ਮਸਲੇ ਸਨ ਬੇਸਿਕ ਜਿਹੜੇ ਸਨ, ਔਰ ਇਸ ਕਰਕੇ BJP ਨਾਲ ਟਾਈ ਅਪ ਕਰਨਾ ਮਹਾਰਾਜ ਦਾ ਜਿਹੜਾ ਹੈ ਇਹ ਕੋਈ ਐਡੀ ਮਤਲਬ ਜਿਸ ਤਰ੍ਹਾਂ ਕਾਂਗਰਸ ਵਾਲੇ ਜਾਂ ਕੋਈ ਹੋਰ ਸੱਜਣ ਜਿਹੜੇ ਕੋਈ ਅਕਾਲੀ ਦਲ ਵਾਲੇ ਜਿਸ ਤਰ੍ਹਾਂ ਵੀ ਜਾਂ ਉਹ ਜਿਸ ਤਰ੍ਹਾਂ ਉਹਨਾਂ ਨੂੰ ਇਹ ਪੇਸ਼ ਕਰ ਰਹੇ ਨੇ, ਉਹ ਸਿਰਫ ਰਾਜਨੀਤੀ ਨੂੰ ਕਿਸੇ ਹੋਰ ਪਾਸੇ ਲਿਜਾਣ ਵਾਸਤੇ ਇਸ ਗੱਲ ਨੂੰ ਉਹ ਚੋਭਾਂ ਭਰ ਰਹੇ ਨੇ। ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਵੀ ਮਹਾਰਾਜ ਚੀਫ ਮਿਨਿਸਟਰ ਸਨ ਕੈਪਟਨ ਅਮਰਿੰਦਰ ਸਿੰਘ ਹੋਰੀ, ਹੁਣ ਵੀ 4 ਸਾਲ ਕਿਸਾਨਾਂ ਦੀਆਂ ਜਿਣਸਾਂ ਵੇਲੇ ਸਿਰ ਚੁੱਕੀਆਂ ਗਈਆਂ ਔਰ ਉਹਨਾਂ ਨੂੰ ਪੈਸੇ ਵੇਲੇ ਸਿਰ ਮਿਲੇ। ਕਿਉਂ ਪੈਸੇ ਵੇਲੇ ਸਿਰ ਮਿਲੇ? ਕਿਉਂਕਿ ਜਿਹੜੀ ਕ੍ਰੈਡਿਟ ਦੀ ਲਿਮਿਟ ਹੈ ਉਹ ਸੈਂਟਰ ਕੋਲੋਂ ਆਉਂਦੀ ਹੈ। ਜਿਹੜਾ ਚੀਫ ਮਿਨਿਸਟਰ ਆਪਣੇ ਸੈਂਟਰ ਨਾਲ ਸਹਿਚਾਰ ਨਹੀਂ ਬਣਾਏਗਾ ਉਸ ਸਟੇਟ ਦਾ ਨੁਕਸਾਨ ਹੋਏਗਾ। ਔਰ ਕੈਪਟਨ ਸਾਹਿਬ ਦੇ ਚੀਫ ਮਿਨਿਸਟਰ ਲੱਥਣ ਤੋਂ ਬਾਅਦ ਕਿਸਾਨਾਂ ਦਾ ਨੁਕਸਾਨ ਹੋਇਆ। ਇਸ ਕਰਕੇ ਮੇਰੀ ਸਮਝ ਵਿੱਚ ਜੋ ਮਹਾਰਾਜ ਸਾਹਿਬ ਕਰ ਰਹੇ ਨੇ ਉਹ ਠੀਕ ਹੈ, ਠੀਕ ਸੋਚ ਹੈ। ਇੱਕ ਆਪਾਂ ਦੂਜੀ ਪਾਰਟੀ ਦੀ ਗੱਲ ਕਰੀਏ ਜੀ, ਜਿੱਦਾਂ ਹੁਣ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹਲੇ ਤੱਕ ਨਹੀਂ ਕੀਤਾ ਉਹਨਾਂ ਨੇ, ਪਰ ਉਹ ਫਿਰ ਵੀ ਦਾਅਵੇਦਾਰੀਆਂ ਕਰ ਰਹੇ ਨੇ ਵੀ ਅਸੀਂ 117 ਦੀਆਂ ਸੀਟਾਂ ਜਿੱਤਾਂਗੇ, ਜਿੱਤ ਹਾਸਲ ਕਰਾਂਗੇ, ਤੇ ਮੁੱਖ ਮੰਤਰੀ ਦਾ ਐਲਾਨ ਹਲੇ ਉਹਨਾਂ ਨੇ ਕੀਤਾ ਨਹੀਂ। ਇਹ ਕੀ ਕਾਰਨ ਹੈ, ਕਿਵੇਂ ਲੱਗਦਾ? ਉਹ ਨਾ ਜੀ ਕੇਜਰੀ ਸਾਹਿਬ ਵਿਚਾਰੇ ਵਾਲ ਸਾਹਿਬ ਠੀਕ ਹੈ, ਉਹ ਵੀ ਮੇਰੇ ਵਾਂਗੂ ਨੌਕਰੀ 'ਚੋਂ ਆਏ ਹੋਏ ਨੇ ਅਤੇ ਹੁਣ ਤਾਂ ਖੈਰ ਉਹਨਾਂ ਨੂੰ ਤਜਰਬਾ ਵੀ ਹੋ ਗਿਆ, ਪਰ ਉਹਨਾਂ ਦਾ ਧਿਆਨ ਮੈਨੂੰ ਇੱਦਾਂ ਲੱਗਦਾ ਵੀ ਕਿਤੇ ਨਾ ਕਿਤੇ ਸਿੱਧੂ ਸਾਹਿਬ ਵੱਲ ਹੈ। ਕਿਉਂਕਿ ਸਿੱਧੂ ਸਾਹਿਬ ਜਿਸ ਤਰ੍ਹਾਂ ਆਪਣੀ ਪਾਰਟੀ ਦੇ ਵਿੱਚ ਖਲ ਜਗਣ ਜਿਹਾ ਉਹਨਾਂ ਮਚਾਇਆ ਹੋਇਆ ਹੈ ਅਤੇ ਉਹ ਸਟੈਂਡ ਵੀ ਫੱਟ ਹੀ ਲੈ ਲੈਂਦੇ ਨੇ। ਮੇਰਾ ਖਿਆਲ ਉਹ ਉਡੀਕ ਕਰ ਰਹੇ ਨੇ ਵੀ ਸ਼ਾਇਦ ਸਿੱਧੂ ਸਾਹਿਬ ਉਸ ਪਾਸੇ ਆਉਣਗੇ, ਇਸ ਕਰਕੇ ਉਹ ਨਹੀਂ ਆਪਣਾ ਐਲਾਨ ਕਰ ਰਹੇ ਚੀਫ ਮਿਨਿਸਟਰਸ਼ਿਪ ਦਾ। ਲੇਕਿਨ ਜੇ ਤੁਸੀਂ ਓਵਰਆਲ ਆਪ ਦੀ ਕਾਰਗੁਜ਼ਾਰੀ ਪੰਜਾਬ ਦੇ ਵਿੱਚ ਵੇਖੋ ਤਾਂ ਉਹ ਬਿਲੋ ਐਵਰੇਜ ਹੈ। ਉਹਦਾ ਕਾਰਨ ਇਹ ਹੈ ਵੀ ਉਹਨਾਂ ਦੇ ਬੰਦਿਆਂ ਕੋਲ ਤਜਰਬਾ ਨਹੀਂ ਹੈ, MLAs ਕੋਲ ਤਜਰਬਾ ਨਹੀਂ ਹੈ। ਉਹ ਵੀ ਜਿਵੇਂ ਬੁਖਲਾ ਜਾਂਦਾ ਨਾ ਬੰਦਾ ਪਾਵਰ 'ਚ ਆ ਕੇ, ਉਹ ਇਸ ਕਰਕੇ ਉਹ ਕਿਸੇ ਕੋਈ ਵੀ ਮੈਂ ਕਹਾਂਗਾ ਵੀ ਬਾਖੂਬੀ ਉਹਨਾਂ ਨੇ ਜਿਹੜਾ ਤੁਹਾਡਾ ਹੈਗਾ ਆ ਲੀਡਰ ਆਫ ਆਪੋਜੀਸ਼ਨ ਦਾ, ਆਪੋਜੀਸ਼ਨ ਪਾਰਟੀ ਦਾ ਰੋਲ ਨਹੀਂ ਨਿਭਾ ਸਕੇ। ਜਿੰਨਾ ਚਿਰ ਸੁਖਪਾਲ ਖਹਿਰਾ ਸਾਹਿਬ ਰਹੇ ਨੇ LOP, ਦੇਖੋ ਉਹਨਾਂ ਦੇ ਕੋਲ ਤਜਰਬਾ ਹੈ, ਪਿਤਾ ਜੀ ਵੀ ਉਹਨਾਂ ਦੇ ਬੜੇ ਵੱਡੇ ਲੀਡਰ ਸਨ, ਹੈ ਨਾ ਜੀ। ਸੁਖਜਿੰਦਰ ਸਿੰਘ ਹੋਰੀ, ਮੇਰਾ ਤਾਂ ਉਹਨਾਂ ਨਾਲ ਵੀ ਬੜਾ ਨੇੜ ਰਿਹਾ ਬਹੁਤ ਜ਼ਮਾਨੇ 'ਚ। ਅਤੇ ਉਹ ਜਿਹੜੀਆਂ ਗੱਲਾਂ ਕਰਦੇ ਸਨ ਉਹ ਨੇ ਆਪੋਜੀਸ਼ਨ ਨੂੰ ਕਰਨ ਵਾਲੀਆਂ, ਲੇਕਿਨ ਜਿੱਦਣ ਉਹਨਾਂ ਨੂੰ ਇਹਨਾਂ ਨੇ ਕੱਢ ਕੁੱਟ ਦਿੱਤਾ ਪਾਰਟੀ ਵਿੱਚੋਂ, ਉਦੋਂ ਬਾਅਦ ਤਾਂ ਆਪ ਹੀ ਬਿਖਰੇ ਫਿਰਦੇ ਨੇ। ਹੁਣ ਕਿੰਨੇ ਬੰਦੇ ਵਾਪਸ ਆ ਗਏ, ਕਿਉਂ ਆ ਗਏ ਜੀ ਵਾਪਸ? ਇਹ ਹੌਲੀ ਜੀ केजरीवाल साहब कह देते हैं भी उनको टिकट नहीं मिल रही थी ना जी, इसलिए वो चले गए, लेकिन असलियत ये नहीं है।
ਡਿਸਪਲਿਨ ਨਹੀਂ ਹੈ, ਅਨੁਸ਼ਾਸਨ ਨਹੀਂ ਹੈ, ਔਰ ਲੋਕੀ ਜਿਹੜੇ ਨੇ ਉਹ ਅੰਦਰੋਂ ਅੰਦਰ ਜਿਹੜੇ MLA ਨੇ ਆਪ ਦੇ ਉਹ ਘੁਟਨ ਮਹਿਸੂਸ ਕਰ ਰਹੇ ਨੇ। ਰਾਜਪੁਰੇ 'ਚ ਵੀ ਕਾਫੀ ਇਹਨਾਂ ਦਾ ਚੱਲ ਰਿਹਾ, ਆਪਸ 'ਚ ਵੀ ਕਾਫੀ ਦਾਅਵੇਦਾਰੀਆਂ ਕਰ ਰਹੇ ਹੈ। 3-4 ਜਣੇ ਲੱਗੇ ਹੋਏ ਆ ਦਾਅਵੇਦਾਰੀਆਂ ਕਰਨ। ਹਾਂਜੀ, ਦੇਖੋ ਉਹ ਤਾਂ ਮਤਲਬ ਹਰ ਬੰਦੇ ਨੂੰ ਦਾਅਵੇਦਾਰੀ ਕਰਨ ਦਾ ਹੱਕ ਹੈ ਜੀ। ਨੀਨਾ ਮਿੱਤਲ ਹੋਏ ਜਾਂ ਛਾਬੜਾ ਸਾਹਿਬ ਹੋਏ ਜਾਂ ਇੱਕ ਅੱਧਾ ਬੰਦਾ ਹੋਰ ਵੀ ਕੋਈ ਹੈ, ਠੀਕ ਹੈ, ਕਰਨਾ ਚਾਹੀਦਾ। ਲੇਕਿਨ ਚਲੋ ਮੈਂ ਬਹੁਤਾ ਕਿੰਤੂ ਪਰੰਤੂ ਨਹੀਂ ਕਰਾਂਗਾ, ਕਿਉਂਕਿ ਇਹ ਪਾਰਟੀ ਦਾ ਉਹਨਾਂ ਦਾ ਆਪਣਾ ਮਸਲਾ ਹੈਗਾ ਜੀ। ਇੱਕ ਆਖਰੀ ਸਵਾਲ ਹੈ ਜੀ, ਜੇ ਰਾਜਾ ਸਾਹਿਬ BJP ਨਾਲ ਟਾਈ ਅਪ ਕਰ ਲੈਂਦੇ ਨੇ ਜੀ, ਤਾਂ ਫਿਰ ਉੱਧਰੋਂ BJP ਵੱਲੋਂ ਗਰੇਵਾਲ ਸਾਹਿਬ ਵੀ ਚੋਣ ਲੜਨ ਲਈ ਤਿਆਰ ਨੇ, ਇੱਧਰੋਂ ਫਿਰ ਤੁਸੀਂ ਵੀ ਕਹਿ ਰਹੇ ਹੋ, ਫਿਰ ਇਹਦਾ ਕੀ ਹੱਲ ਨਿਕਲੇਗਾ ਜੀ? ਇਹ ਤੁਸੀਂ ਬੜਾ ਟੇਢਾ ਜਿਹਾ ਸਵਾਲ ਕਰਤਾ ਮੈਨੂੰ ਹੈ। ਦੇਖੋ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ, ਗਰੇਵਾਲ ਸਾਹਿਬ, ਮੈਂ ਇਸ ਰਾਜਪੁਰੇ ਹਲਕੇ ਦੇ ਵਿੱਚ ਕੰਮ ਕਰ ਰਿਹਾ 2007 ਔਨਵਰਡ, ਹੈ ਨਾ ਜੀ। ਔਰ ਮੈਂ ਹਰ ਥਾਂ 'ਤੇ ਸਕੂਲਾਂ ਵਗੈਰਾ 'ਚ ਸਾਰਿਆਂ 'ਚ ਅੱਜ ਤੋਂ 3-4-5 ਸਾਲ ਪਹਿਲਾਂ ਵੀ ਮੈਂ ਐਜ਼ ਏ ਮੋਟੀਵੇਸ਼ਨਲ ਟੀਚਰ ਵੀ ਮੈਨੂੰ ਪ੍ਰਿੰਸੀਪਲ ਬੁਲਾ ਲੈਂਦੇ ਸੀ। ਪਿੰਡਾਂ ਦੇ ਵਿੱਚ ਸ਼ਾਮ ਨੂੰ ਜਿਹੜੇ ਨੇ ਲੋਕ ਮੈਨੂੰ ਸੱਦਦੇ ਸੀ ਵੀ ਸਾਡੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਤੁਸੀਂ ਸਿੱਖਿਆ ਦਿਓ ਵੀ ਇਹਨਾਂ ਨੇ ਕਿਸ ਤਰ੍ਹਾਂ ਪੜ੍ਹਨਾ। ਮੇਰਾ ਕਹਿਣ ਦਾ ਭਾਵ ਹੈ ਵੀ ਮੈਂ ਰਾਜਪੁਰੇ ਹਲਕੇ ਦੇ ਨਾਲ ਜੁੜਿਆ ਹੋਇਆ। ਗਰੇਵਾਲ ਸਾਹਿਬ ਮੇਰੀ ਸਮਝ ਦੇ ਮੁਤਾਬਕ ਜ਼ਮੀਨ ਤੇ ਲੋਕਾਂ ਨਾਲ ਨਹੀਂ ਜੁੜੇ ਹੋਏ। ਬਾਕੀ ਕੀ ਫੈਸਲਾ ਹੋਣਾ ਹੈ ਮੈਨੂੰ ਨਹੀਂ ਪਤਾ, ਲੇਕਿਨ ਮੇਰਾ ਦਾਅਵਾ ਹੈਗਾ ਔਰ ਮੈਂ ਮਹਾਰਾਜ ਸਾਹਿਬ ਨੂੰ ਮੈਂ ਬੇਨਤੀ ਵੀ ਕੀਤੀ ਸੀ ਵੀ ਰਾਜਪੁਰੇ ਮੈਨੂੰ ਮੌਕਾ ਮਿਲਣਾ ਚਾਹੀਦਾ, ਤੇ ਹੀ ਸੈਡ ਵੀ ਓਕੇ ਆਲ ਰਾਈਟ ਗੋ ਹੈਡ। ਸੋ ਮੈਂ ਤੇ ਲੱਗਿਆ ਹੋਇਆ, ਬਾਕੀ ਦੇਖੋ ਕੀ ਬਣਦਾ। ਵੈਸੇ ਤਾਂ ਗਰੇਵਾਲ ਸਾਹਿਬ ਨੂੰ ਕਿਤੇ ਇੱਕ ਹੋਰ ਜੇ ਸੇਫ ਸੀਟ ਲੱਭ ਲੈਣ ਤੇ ਚੰਗੀ ਗੱਲ ਹੈ, ਬਾਕੀ ਉਹਨਾਂ ਦੀ ਆਪਣੀ ਮਰਜ਼ੀ ਗੱਲ ਹੈ। ਮੇਰਾ ਉਹਨਾਂ ਨਾਲ ਕੋਈ ਪਰਸਨਲ ਇਖਤਲਾਫ ਨਹੀਂ ਹੈ, ਇਹ ਪਾਰਟੀ ਦੇ ਮਸਲੇ ਨੇ, ਪਾਰਟੀ ਦੇ ਫੈਸਲੇ ਨੇ। ਠੀਕ, ਤੁਸੀਂ ਚੋਣ ਲੜਨ ਦਾ ਐਲਾਨ ਕਰ ਲਿਆ, ਇਹਦੇ ਸੰਬੰਧੀ ਤੁਹਾਡੀਆਂ ਕੀ ਤਿਆਰੀਆਂ ਨੇ, ਕੀ ਤੁਹਾਡੀ ਰਣਨੀਤੀ ਹੈ ਜਿੱਤਣ ਤੋਂ ਬਾਅਦ, ਕੀ ਤੁਹਾਡਾ ਇਲਾਕਾ ਵਾਸੀਆਂ ਲਈ ਸਹੀ ਯੋਗਦਾਨ ਰਹੇਗਾ? ਰਾਣਾ ਜੀ, ਇਹ ਤੁਸੀਂ ਬੜਾ ਅੱਛਾ ਸਵਾਲ ਕੀਤਾ। ਪਹਿਲਾਂ ਕਰ ਦਿਓ ਤੇ ਹੋਰ ਵੀ ਚੰਗਾ ਹੋਣਾ ਸੀ, ਕਿਉਂਕਿ ਇਹ ਬੜਾ ਅਹਿਮ ਮੁੱਦਾ ਹੈ, ਮਸਲਾ ਹੈ ਵੀ MLA ਬਣਨ ਤੋਂ ਪਹਿਲਾਂ ਤੇ MLA ਬਣਨ ਤੋਂ ਬਾਅਦ ਜਿਹੜਾ ਬੰਦਾ MLA ਬਣਦਾ ਹੈ ਉਹ ਕੀ ਸੋਚਦਾ ਹੈ ਆਪਣੇ ਇਲਾਕੇ ਬਾਰੇ। ਵੇਖੋ ਮੈਂ ਬੜਾ ਸਪਸ਼ਟ ਹਾਂ ਇਸ ਮਸਲੇ 'ਤੇ। ਮੈਨੂੰ ਕੋਈ ਨਿੱਜੀ ਜ਼ਰੂਰਤ ਬਿਲਕੁਲ ਹੀ ਨਹੀਂ ਸਿਆਸੀ ਰਾਜਨੀਤੀ ਦੇ ਵਿੱਚ ਲੈਣ ਵਾਸਤੇ। ਜੋ ਕੁਛ ਮੇਰੇ ਕੋਲ ਹੈਗਾ, ਮੈਨੂੰ ਨੀਂਦ ਰਾਤ ਨੂੰ ਬੜੀ ਸੋਹਣੀ ਆਉਂਦੀ ਆ। ਮੈਂ ਤਾਂ ਇਹ ਮਨ ਬਣਾਇਆ ਹੋਇਆ ਹੈ, ਜਿੱਦਣ ਦਾ ਮੈਂ ਬਨੂੜ ਫਾਰਮ 'ਤੇ ਜਾਂ ਜਿੱਦਣ ਦਾ ਇਹ ਕੰਮ ਸ਼ੁਰੂ ਹੋਇਆ ਵੀ ਮੈਂ ਰਾਜਨੀਤੀ ਵਿੱਚੋਂ ਆਪਣੇ ਸਵਾਰਥ ਵਾਸਤੇ ਕੋਈ ਫਾਇਦਾ ਨਹੀਂ ਲਵਾਂਗਾ। ਔਰ ਦੂਸਰੀ ਗੱਲ ਇਹ ਹੈ, ਮੇਰਾ ਲਗਾਓ ਪਿੰਡ ਵਾਸੀਆਂ ਨਾਲ, ਆਪਣੇ ਬਨੂੜ ਨਾਲ, ਔਰ ਬਨੂੜ ਦੇ ਵਾਸੀ ਔਰ ਰਾਜਪੁਰੇ ਦੇ ਵਾਸੀਆਂ ਦੇ ਨਾਲ ਮੇਰਾ ਬਹੁਤ ਦਿਲੋਂ ਲਗਾਓ ਹੈ। ਮੈਨੂੰ ਜੇ ਅਕਾਲ ਪੁਰਖ ਪਾਵਰ ਦਿੰਦਾ ਹੈ, ਮੈਂ ਇਹ ਗੱਲ ਤੁਹਾਨੂੰ ਸਪਸ਼ਟ ਕਰ ਦੇਣੀ ਚਾਹੁੰਦਾ ਵੀ ਜਿਹੜਾ ਛੋਟਾ ਸਤਰ ਹੈ, ਜਿਹੜੇ ਛੋਟੇ ਜ਼ਿਮੀਂਦਾਰ ਨੇ, ਉਹਨਾਂ ਨੂੰ ਉਹਨਾਂ ਦੇ ਪ੍ਰਫੁੱਲਤ ਹੋਣ ਵਾਸਤੇ, ਕਾਰੋਬਾਰ ਵਿੱਚ ਉਹਨਾਂ ਨੂੰ ਲਿਆਉਣ ਵਾਸਤੇ ਮੇਰਾ ਯੋਗਦਾਨ ਰਹੇਗਾ। ਔਰ ਮੈਂ ਇਸ ਗੱਲ ਨੂੰ ਇਨਸ਼ੋਰ ਕਰਾਂਗਾ। ਕਾਂਗਰਸ ਪਾਰਟੀ ਨੇ ਤਾਂ ਹੁਣ ਕਿਹਾ ਨਾ ਜੀ ਵੀ ਤੁਸੀਂ 3 ਫੁੱਟ ਤੱਕ ਮਿੱਟੀ ਪੁੱਟ ਸਕਦੇ ਹੋ, ਇਹ ਹੁਣ ਤੇ ਕਹਿਤੀ ਗੱਲ। ਲੇਕਿਨ ਪਿਛਲੇ 4 ਸਾਲ ਇਹ ਹੋਇਆ ਵੀ ਸਵਾਰਥਵਾਦੀ ਰਾਜਨੀਤੀ ਹੋਣ ਕਰਕੇ ਥੱਲੇ ਵਾਲੇ ਲੋਕਾਂ ਨੂੰ ਮੌਕਾ ਨਹੀਂ ਮਿਲਿਆ। ਮੈਂ ਇਹ ਗੱਲ ਬੜੀ ਠੋਕ ਵਜਾ ਕੇ ਕਹਿਣਾ। ਔਰ ਪਹਿਲਾਂ ਵੀ ਮੈਂ ਜਦੋਂ ਕਿਤੇ ਜ਼ਿਮੀਂਦਾਰ ਦੀ ਟਰਾਲੀ ਫੜੀ ਜਾਂਦੀ ਸੀ, ਮੈਂ SHO ਨਾਲ ਗੱਲ ਕਰਦਾ ਸਾਂ ਉਦਣ ਵੀ ਦੇਖੋ ਇਹ ਗਰੀਬ ਲੋਕ ਨੇ,
ਇਹ ਮਿਹਨਤ ਕਰਨ ਵਾਲੇ ਕਿਸਾਨ ਨੇ। ਇਹਨਾਂ ਨੂੰ ਜੇ ਕਿਤੇ ਪੈਸੇ ਦੀ ਲੋੜ ਆ ਤੇ ਜੇ ਇਹਨਾਂ ਨੇ ਆਪਣੀ ਪੈਲੀ ਚੋਂ ਇੱਕ ਟਰਾਲੀ ਪੁੱਟ ਲਈ ਜਾਂ ਫੁੱਟ 2 ਫੁੱਟ ਨੀਵਾਂ ਕਰ ਲਿਆ, ਕਿਸੇ ਠੇਕੇਦਾਰ ਨੂੰ ਵੀ ਦੇ ਦਿੱਤੀ, ਤੇ ਇਹਨਾਂ ਕੋਈ ਗੁਨਾਹ ਨਹੀਂ ਕੀਤਾ। ਲੇਕਿਨ ਕਿਉਂਕਿ ਸਵਾਰਥ ਆ ਜਾਂਦਾ ਸੀ ਤੇ ਉਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਉਹਨਾਂ ਦੀ ਹੈਲਪ ਕਰਨੀ। ਔਰ ਮੈਂ ਬਿਲਕੁਲ ਖੁੱਲ੍ਹੀਆਂ ਛੁੱਟੀਆਂ ਆਪਣਾ ਅਸੂਲਾਂ ਦੇ ਵਿੱਚ ਰਹਿੰਦੇ ਹੋਏ, ਜਿਹੜੇ ਬਾਈਲਾਜ਼ ਨੇ ਉਹਨਾਂ ਦੇ ਵਿੱਚ ਰਹਿੰਦੇ ਹੋਏ, ਇਹ ਰੇਤਾ ਬਜਰੀ ਦਾ ਕੰਮ ਔਰ ਮਿੱਟੀ ਦਾ ਕੰਮ ਜਿਹੜਾ ਹੈਗਾ, ਇਹ ਮੈਂ ਇਨਸ਼ੋਰ ਕਰੂੰਗਾ ਵੀ ਇਹ ਜਿਹੜੇ ਜ਼ਿਮੀਂਦਾਰ ਭਰਾ ਨੇ ਜਾਂ ਦੂਜੇ ਛੋਟੇ ਕਾਰੋਬਾਰੀ ਨੇ ਉਹਨਾਂ ਨੂੰ ਜਾਵੇ, ਤਾਂ ਕਿ ਉਹ ਆਪਣਾ ਪ੍ਰਫੁੱਲਤ ਹੋਣ ਆਪਣੇ ਲਾਈਫ ਦੇ ਵਿੱਚ। ਬਾਕੀ ਗੱਲ ਜਿਸ ਤਰ੍ਹਾਂ ਤੁਸੀਂ ਗੱਲ ਸ਼ੁਰੂ ਕੀਤੀ, ਮੇਰੇ ਗੱਲ ਬੜੀ, ਮੈਂ ਆਪਣੇ MLA ਸਾਹਿਬ ਨੂੰ ਵੀ, ਵੈਸੇ ਤੇ ਹਰਦਿਆਲ ਹੋਰਾਂ ਨੂੰ, ਮੇਰਾ ਉਹਨਾਂ ਨਾਲ ਕੋਈ ਨਿੱਜੀ ਨਹੀਂ ਹੈ, ਬੜਾ ਉਹ ਮੈਨੂੰ ਵੀ ਸਤਿਕਾਰ ਕਰਦੇ ਨੇ, ਹੁਣ ਵੀ ਕਰਦੇ ਹੋਣੇ ਚਾਹੀਦੇ ਨੇ ਮੇਰਾ ਖਿਆਲ ਆ, ਪਰ ਮੈਂ ਤੇ ਅੱਗੇ ਵੀ ਕਰਦਾ ਸਾਂ ਤਾਂ ਮੈਂ ਹੁਣ ਵੀ ਕਰਦਾ। ਮੈਂ ਉਹਨਾਂ ਨੂੰ ਬਹੁਤ ਦਫਾ ਪਿਛਲੀ ਟੈਨਿਓਰ ਦੇ ਵਿੱਚ ਵੀ, ਇਸ ਟੈਨਿਓਰ ਦੇ ਵਿੱਚ ਵੀ, ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਜਿਹੜਾ ਤੁਸੀਂ ਡਿਵੈਲਪਮੈਂਟ ਕਰਦੇ ਹੋ ਬਨੂੜ ਸ਼ਹਿਰ ਦੀ, ਵਾਰਡਾਂ ਦੀ, ਉਹ ਮੇਰੇ ਪਸੰਦ ਨਹੀਂ ਹੈ। ਲੋੜ ਇਸ ਗੱਲ ਦੀ ਹੈ ਵੀ ਕੰਪੋਜ਼ਿਟ ਡਿਵੈਲਪਮੈਂਟ ਹੋਵੇ। ਹੋ ਕੀ ਰਿਹਾ ਹੈ ਵੀ ਕਿਤੇ ਆਪਾਂ ਨਾਲੀਆਂ ਬਣਾ ਦਿੰਦੇ ਹਾਂ, ਕਿਤੇ ਆਪਾਂ ਗਲੀਆਂ ਚਲਾ ਦਿੰਦੇ ਹਾਂ, ਆਪਣਾ ਕੀ ਨਾ ਤੁਹਾਡਾ ਉਹ ਜਿਹੜਾ ਟਾਈਲਾਂ ਜੀਆਂ ਹੁੰਦੀਆਂ, ਇੰਟਰਲੋਕਿੰਗ ਟਾਈਲਾਂ ਲਾ ਦਿੰਦੇ ਹਾਂ, ਹੈ ਜੀ, ਕਿਤੇ ਆਪਾਂ ਬਿਜਲੀ ਦੀਆਂ ਤਾਰਾਂ ਪਾਉਣ ਲੱਗ ਪੈਂਦੇ ਹਾਂ। ਇਹ ਕੰਪੋਜ਼ਿਟ ਡਿਵੈਲਪਮੈਂਟ ਨਹੀਂ ਹੈ। ਇਹਦੇ ਨਾਲ ਇੱਕ ਕੰਮ ਆਪਾਂ ਕਰ ਦਿੰਦੇ ਹਾਂ, ਦੂਜਾ ਕੰਮ ਸ਼ੁਰੂ ਕਰਨ ਵਾਸਤੇ ਪਹਿਲੇ ਨੂੰ ਆਪਾਂ ਵਿਗਾੜ ਦਿੰਦੇ ਹਾਂ, ਕਦੇ ਸੀਵਰ ਪੁੱਟਣ ਲੱਗ ਪੈਂਦੇ ਹਾਂ। ਸਿਸਟੇਮੈਟਿਕਲੀ ਕੰਮ ਨਹੀਂ ਹੈ। ਮੈਂ ਕਹਿੰਦਾ ਵੀ 5 ਵਾਰਡ ਫੜ ਲਓ, 5 ਵਾਰਡਾਂ ਨੂੰ ਚੰਡੀਗੜ੍ਹ ਦੇ ਬਰਾਬਰ ਲੈ ਚੱਲੋ ਇੱਕ ਸਾਲ ਦੇ ਵਿੱਚ, ਦੂਸਰੇ ਸਾਲ 'ਚ ਫੇਰ 5 ਵਾਰਡ ਲੈ ਲਓ, ਉਹਨਾਂ ਨੂੰ ਲੈ ਲਓ, ਔਰ 5 ਸਾਲਾਂ ਦੇ ਵਿੱਚ ਤੁਸੀਂ ਬਨੂੜ ਨੂੰ, ਮੈਨੂੰ ਬੜਾ ਦੁੱਖ ਹੁੰਦਾ ਰਾਣਾ ਜੀ, ਮੈਂ ਤਾਂ ਕਈਆਂ ਸਟੇਜਾਂ ਤੋਂ ਕਿਹਾ ਵੀ ਚੰਡੀਗੜ੍ਹ ਤੋਂ ਰੋੜਾ ਸੁੱਟੀਏ ਨਾ ਤੇ ਉਹ ਬਨੂੜ ਆ ਕੇ ਡਿੱਗਦਾ ਹੈ। ਮੇਰਾ ਕਹਿਣ ਦਾ ਭਾਵ ਹੈ ਵੀ ਇੰਨਾ ਲਾਗੇ ਆ, ਕਰੋ ਫਲਾਈਟ ਦੇ ਲਾਗੇ ਆ। ਲੇਕਿਨ ਜੇ ਆਪਾਂ ਨੇ ਬਨੂੜ ਦੀ ਆਪਾਂ ਹਾਲਤ ਵੇਖੀਏ, ਭਾਵੇਂ ਸੀਵਰ ਸਿਸਟਮ ਦੀ ਹੈ, ਭਾਵੇਂ ਗਲੀਆਂ ਦੀ ਹੈ, ਭਾਵੇਂ ਲਾਈਟਾਂ ਦੀ ਹੈ, ਭਾਵੇਂ ਟੂਟੀਆਂ ਦੇ ਪਾਣੀ ਦੀ ਹੈ, ਭਾਵੇਂ ਟਿਊਬਵੈੱਲਾਂ ਦੇ ਬੋਰ ਕਰਨ ਦਾ ਮਸਲਾ ਹੈ, ਇਹ ਅੱਗੜ ਪਿਛੜ ਕਦੀ ਕੋਈ ਕੰਮ ਕਰ ਲੈਨੇ, ਪਿਛਲਾ ਰਹਿ ਜਾਂਦਾ, ਫੇਰ ਕਰ ਲੈਨੇ, ਫੇਰ ਰਹਿ ਜਾਂਦਾ, ਉਹ ਬਿਲਕੁਲ ਨਹੀਂ। ਔਰ ਮੇਰੀ ਖਾਸ਼ ਨਹੀਂ, ਮੈਂ ਇਸ ਗੱਲ ਨੂੰ ਇਨਸ਼ੋਰ ਕਰੂੰਗਾ ਵੀ ਰਾਜਪੁਰਾ ਔਰ ਬਨੂੜ ਦੇ ਜਿਹੜੇ ਵਾਰਡ ਨੇ ਉਹ ਐਟ ਪਾਰ ਵਿਦ ਚੰਡੀਗੜ੍ਹ ਆਉਣ। ਔਰ ਮੈਂ ਤਾਂ ਵੈਸੇ ਜੇ ਤੁਸੀਂ ਮੇਰੀ ਗੱਲ ਪੁੱਛੋ ਤਾਂ ਮੈਂ ਤਾਂ ਇੰਟਰਲੋਕਿੰਗ ਟਾਈਲਾਂ ਦੇ ਵੀ ਹੱਕ ਵਿੱਚ ਨਹੀਂ। ਇਹਦੇ ਨਾਲ ਚੋਰ ਬਜ਼ਾਰੀ ਵੱਧਦੀ ਹੈ, ਕਿਉਂਕਿ ਇਹ ਕੋਈ ਬੰਦਾ ਵੀ ਬਣਾ ਸਕਦਾ ਹੈ। ਉਹ ਕੋਈ ਰਾਜਨੀਤਿਕ ਫਿਰ ਜਿਹੜੇ ਬੰਦੇ ਨੇ ਉਹ ਕਈ ਦਫਾ ਸੋਚਦੇ ਨੇ ਵੀ ਮੈਂ ਹੀ ਉਹ ਡਰਮੀ ਜੀ ਲੈ ਲਵਾਂ ਇਹਨੂੰ ਬਣਾਉਣ ਵਾਸਤੇ ਤੇ ਮੈਨੂੰ 4 ਪੈਸੇ ਬਚ ਜਾਣਗੇ। ਉਹ ਫਿਰ ਸਵਾਰਥ ਆ ਗਿਆ ਨਾ ਜੀ ਵਿੱਚ, ਉਹਦੇ ਨਾਲ ਕੁਆਲਿਟੀ ਵਿਗੜਦੀ ਹੈ। ਇਹ ਤਾਂ ਕੋਈ ਹੋਰ ਮੈਥਡ ਲੱਭ ਕੇ, ਚਾਹੇ ਤੁਸੀਂ PCC ਵਿਦ ਛੋਟਾ ਸਰੀਆ ਪਾ ਕੇ ਜਾਂ ਕੋਈ ਹੋਰ ਹੱਲ ਲੱਭ ਕੇ ਗਲੀਆਂ ਨਾਲੀਆਂ ਨੂੰ ਪੱਕਿਆਂ ਕਰਨਾ ਚਾਹੀਦਾ ਹੈ। ਔਰ ਕੰਪੋਜ਼ਿਟ ਜਿਹੜੀ ਡਿਵੈਲਪਮੈਂਟ ਮੈਂ ਉਹਦੇ ਹੱਕ ਵਿੱਚ ਹਾਂ, ਔਰ ਮੈਂ ਇਨਸ਼ੋਰ ਕਰੂੰਗਾ ਵੀ ਉਹ ਦੋਨਾਂ ਸ਼ਹਿਰਾਂ ਦੇ ਵਿੱਚ, ਬਨੂੜ ਔਰ ਰਾਜਪੁਰੇ ਦੇ ਵਿੱਚ ਹੋਵੇ, ਤਾਂ ਕਿ ਇਹ ਗੰਦਗੀ ਤੋਂ ਅਸੀਂ ਦੂਰ ਹੋ ਸਕੀਏ। ਸਾਡੇ ਕੋਲ ਛੋਟੀ ਜਿਹੀ ਗੱਲ ਮੈਂ ਹੋਰ ਕਰਦਾ ਤੁਹਾਨੂੰ, ਇਹ ਵੀ ਮੈਂ ਕਹੀ ਸੀ EO ਨੂੰ, ਮੈਂ ਕਹੀ MLA ਸਾਹਿਬ ਨੂੰ, ਮੈਂ ਕਹੀ, ਮੈਂ ਕਿਹਾ ਵੀ ਆਪਣੇ ਕੋਲ ਅਵਾਰਾ ਕੁੱਤਿਆਂ ਦਾ ਕੰਮ, ਇਹ ਸੌਖਾ ਕੰਮ ਹੈ। ਕਿਸੇ ਵੀ ਤੁਸੀਂ NGO ਨਾਲ ਗੱਲ ਕਰਕੇ ਥੋੜ੍ਹੇ ਪੈਸੇ ਲੱਗਦੇ ਨੇ ਇਹਨਾਂ ਨੂੰ, ਕਿਉਂਕਿ ਰੋਜ਼ ਹੀ ਕਿਤੇ ਨਾ ਕਿਤੇ ਘਟਨਾ ਹੋ ਰਹੀ ਹੈ ਵੀ ਜਿਹੜੇ ਹੱਡੋ ਰੋੜੀ ਵਾਲੇ ਕੁੱਤੇ ਹੁੰਦੇ ਨੇ ਉਹ ਬੜੇ ਖਤਰਨਾਕ ਹੋ ਜਾਂਦੇ ਨੇ, ਹਾਂਜੀ, ਆਪਣੇ ਸਿਸਟਮ ਦੇ ਵਿੱਚ। ਉਹ ਫਿਰ ਬੱਚਿਆਂ ਨੂੰ ਵੱਢਦੇ ਨੇ, ਫਿਰ ਨੁਕਸਾਨ ਹੁੰਦਾ ਹੈ ਜੀ। ਅੱਛਾ, ਫਾਰ ਐਗਜ਼ਾਮਪਲ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਵੀ ਜਿੱਦਾਂ ਹੁਣ ਕੀ ਆਪਾਂ ਕਹਿੰਦੇ ਆ ਜੀ, ਉਰਲੇ ਪਾਸੇ ਜਿਹੜੇ ਜਿੱਥੇ ਹੈਗਾ ਤੁਹਾਡਾ ਪਾਣੀ ਬੜਾ ਖੜਾ ਹੁੰਦਾ, ਮਾੜੀ ਗੁੱਗਾ ਮਾੜੀ ਦੇ ਪਿਛਲੇ ਪਾਸੇ, ਮਤਲਬ ਕਿੱਡੀ ਕੁ ਗੱਲ ਹੈ ਜੀ ਇਹ ਵੀ ਤੁਸੀਂ ਹੁਣ ਆਪਾਂ ਨੂੰ 10 ਸਾਲ ਹੋ ਗਏ, ਪਹਿਲਾਂ ਵੀ ਕਾਂਗਰਸ ਸੀ, ਹੁਣ ਫਿਰ ਕਾਂਗਰਸ ਹੈ, ਸਾਥੋਂ ਉਹ ਹਾਲੇ ਉਹ ਪੱਕਾ ਤੇ ਹੋਇਆ ਨਹੀਂ ਜੀ। ਉਹੋ ਹੀ ਮੱਛਰ ਆ ਉੱਥੇ, ਉਹੋ ਹੀ ਮੱਖੀਆਂ ਉੱਥੇ,
ਉਹਦੇ ਵਿੱਚ ਹੀ ਪਾਣੀ ਡਿੱਗ ਰਿਹਾ ਹੈ। ਇਹ ਕੀ ਗੱਲ ਬਣੀ ਜੀ ਇਹ? ਹਾਲਾਂਕਿ MLA ਸਾਹਿਬ ਕਾਫੀ ਤੇਜ਼ ਤਰਾਰ ਨੇ, ਪਰ ਪਤਾ ਨਹੀਂ ਕੋਈ ਮਜਬੂਰੀ ਹੋਏਗੀ ਜਾਂ ਹੱਥ ਨਹੀਂ ਪਿਆ, ਮੈਂ ਨਹੀਂ ਕਹਿ ਸਕਦਾ। ਲੇਕਿਨ ਮੈਂ ਇਹਨਾਂ ਗੱਲਾਂ ਵੱਲ ਧਿਆਨ ਦਿੰਦਾ ਹੋਇਆ ਬਨੂੜ ਔਰ ਰਾਜਪੁਰੇ ਦਾ ਨਕਸ਼ਾ ਬਦਲੂੰਗਾ ਔਰ ਚੰਡੀਗੜ੍ਹ ਦੇ ਬਰਾਬਰ ਲਿਆਉਂਗਾ। ਇੱਕੇ ਅਵਾਰਾ ਕੁੱਤਿਆਂ ਤੋਂ ਯਾਦ ਆਇਆ, ਬਨੂੜ 'ਚ ਅਵਾਰਾ ਪਸ਼ੂ ਵੀ ਬਹੁਤ ਘੁੰਮ ਰਹੇ ਆ ਜੀ, ਜੋ ਕਿ ਕਾਫੀ ਕਦੀ ਕਿਸੇ ਦਾ ਨੁਕਸਾਨ ਕਰਦੇ ਆ, ਕਦੀ ਕਿਸੇ। ਇਹਦੇ ਵੱਲ ਧਿਆਨ ਕਿਉਂ ਨਹੀਂ ਦਿੰਦੇ? ਤੇ ਤੁਸੀਂ ਕੀ ਕਰੋਗੇ ਜਦੋਂ ਆਪਣੀ ਉਹਦੇ ਵਿੱਚ ਆ ਜਾਓਗੇ ਸੱਤਾ 'ਚ? ਮੈਂ ਬਿਲਕੁਲ ਵਾਜਬ ਹੈ। ਇਹ ਮਸਲਾ ਥੋੜ੍ਹਾ ਜਿਹਾ ਸੈਂਸਿਟਿਵ ਹੈ ਵੈਸੇ ਤਾਂ, ਕਿਉਂਕਿ ਧਰਮ ਨਾਲ ਰਿਲੇਟਡ ਹੈ ਗਊ ਐਂਡ ਐਵਰੀਥਿੰਗ। ਲੇਕਿਨ ਮੈਂ ਹਮੇਸ਼ਾ ਹੀ ਜਿੰਨੀਆਂ ਗਊਸ਼ਾਲਾ, ਹੁਣ ਇੱਕ ਰੀਸੈਂਟਲੀ ਵੀ ਗਊਸ਼ਾਲਾ ਆਈ ਹੈ ਪਿੱਛੇ ਜੈਨ ਬਰਾਦਰੀ ਨੇ ਬਣਾਈ ਹੈ, ਮੈਂ ਡੋਨੇਸ਼ਨ ਵੀ ਦਿੱਤੀ ਉਹਦੇ 'ਚ, ਆਪਣੇ ਕੋਲੋਂ ਦਿੱਤੀ ਹੈ ਮੈਂ। ਔਰ ਮੈਂ ਉਹਨਾਂ ਸਾਰਿਆਂ ਬੰਦਿਆਂ ਨੂੰ, ਮੇਰੇ ਕੋਲ 2 ਦਫਾ ਆ ਕੇ ਗਏ ਨੇ, ਮੈਂ ਕਿਹਾ ਵੀ ਡੋਨੇਸ਼ਨ ਮੇਰੇ ਕੋਲ ਲੈ ਲਓ, MLA ਸਾਹਿਬ ਨੇ ਪੈਸੇ ਤੁਹਾਨੂੰ ਦੇਣੇ ਆ, ਲਓ। ਲੇਕਿਨ ਇੱਕ ਗੱਲ ਦੇਖੋ ਵੀ ਇੱਕ ਤੇ ਤੁਸੀਂ ਉੱਥੇ ਪਸ਼ੂਆਂ ਦਾ ਜਿਹੜਾ ਦੇਖਭਾਲ ਹੈ, ਉਹ ਉਹਨਾਂ ਵਾਸਤੇ ਚਾਰਾ, ਉਹਨਾਂ ਦੇ ਥੱਲੇ ਜਿਹੜਾ ਉਹਨਾਂ ਦਾ ਰਹਿਣ ਵਾਸਤੇ ਜਿਹੜਾ ਕੋਈ ਫਰਸ਼ ਵਗੈਰਾ ਲਾਉਣੇ ਨੇ, ਉਹਨਾਂ ਦਾ ਸਿਸਟਮ ਇੱਦਾਂ ਦੇਖੋ ਵੀ ਜਿਹੜਾ ਤੁਸੀਂ ਠੀਕ ਠਾਕ ਚੰਗੀ ਤਰ੍ਹਾਂ ਕੰਮ ਕਰ ਸਕੋ। ਔਰ ਦੂਸਰੀ ਗੱਲ ਇਹ ਵੀ ਇਹ ਜਿੰਨੀਆਂ ਗਊਸ਼ਾਲਾ ਨੇ, ਇੱਕ ਸ਼ਾਇਦ ਟਿੰਕੇ ਜੈਨ ਹੋਰਾਂ ਦੀ ਗਊਸ਼ਾਲਾ ਉੱਥੇ ਪਰੇ ਹੈ, ਖਲੌਰ ਦੇ ਕੋਲ ਵੀ ਹੈਗੀ ਆ, ਇੱਕ ਪਰੇ ਹੋਰ ਮੇਰੇ ਕੋਲ ਬੰਦੇ ਆਉਂਦੇ ਨੇ, ਪਰਲਾ ਪਿੰਡ ਕੀ ਨਾ ਲੂੰਡ ਕਹਿੰਦੇ ਲੋਹਾਂਡਾ, ਵੈਸੇ ਉਹਨੂੰ ਲੂੰਡ ਕਹਿੰਦੇ ਆਪਾਂ। ਉੱਥੋਂ ਦੇ ਮੇਰੇ ਕੋਲ ਕਈ ਦਫਾ ਬੰਦੇ ਆਏ ਨੇ, ਕਿਉਂਕਿ ਗਊਸ਼ਾਲਾ ਚਲਾਉਣ ਵਾਸਤੇ ਦੇਖੋ ਕੰਮ ਤੇ ਬੜਾ ਪੁੰਨ ਦਾ ਹੈ ਨਹੀਂ, ਇਹ ਕਰਨਾ ਵੀ ਚਾਹੀਦਾ, ਮੈਂ ਸਹਿਮਤ ਇਸ ਗੱਲ ਨਾਲ। ਸੁਸਾਇਟੀ ਨੂੰ ਆਉਣਾ ਚਾਹੀਦਾ। ਇਸ ਪ੍ਰੋਜੈਕਟ ਵਾਸਤੇ ਗਊਸ਼ਾਲਾ ਨੂੰ ਪੈਸੇ ਦੇਣੇ ਚਾਹੀਦੇ ਨੇ, ਸਾਰਿਆਂ ਨੂੰ ਦੇਣੇ ਚਾਹੀਦੇ ਨੇ, ਸਰਕਾਰ ਨੂੰ ਵੀ ਦੇਣੇ ਚਾਹੀਦੇ ਨੇ, ਤਾਂ ਕਿ ਪੈਸੇ ਦੀ ਘਾਟ ਨਾ ਆਵੇ ਔਰ ਉਹ ਐਕਸਪੈਂਡ ਕਰਦੇ ਰਹਿਣ ਆਪਣੇ ਸ਼ੈੱਡ ਵਗੈਰਾ ਬਣਾਉਣ ਦੇ ਵਿੱਚ, ਔਰ ਗਊਆਂ ਉੱਥੇ ਜਾਣ, ਬਕਾਇਦਾ ਡਾਕਟਰ ਹੋਵੇ। ਅਤੇ ਜਿੱਥੋਂ ਤੱਕ ਉਹਨਾਂ ਦਾ ਸੰਬੰਧ ਹੈਗਾ ਆਪਣਾ ਤੁਹਾਡਾ ਐਡਮਿਨਿਸਟ੍ਰੇਸ਼ਨ ਦਾ, ਅਤੇ ਐਡਮਿਨਿਸਟ੍ਰੇਸ਼ਨ 'ਤੇ ਕੋਈ ਸਰਕਾਰੀ ਬੰਦਾ ਵੀ ਵਿੱਚ ਉਹਦਾ ਮੈਂਬਰ ਆਪਾਂ ਪਾ ਸਕਦੇ ਹਾਂ, ਹੈ ਨਾ ਜੀ, ਜਿਹੜਾ ਐਡਮਿਨਿਸਟ੍ਰੇਟਿਵਲੀ ਦੇਖੇ ਵੀ ਕੰਮ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਜਿਹੜੀਆਂ ਤੁਹਾਡੀਆਂ ਖਰਚੇ ਦੀਆਂ ਕਿਤਾਬਾਂ ਨੇ ਉਹ ਠੀਕ ਭਰੀਆਂ ਜਾ ਰਹੀਆਂ ਕਿ ਨਹੀਂ ਭਰ ਰਹੀਆਂ। ਇਹ ਸਾਰੀਆਂ ਐਡਮਿਨਿਸਟ੍ਰੇਟਿਵ ਸਕਿੱਲ ਦੀਆਂ ਗੱਲਾਂ ਨੇ, ਇਹ ਕੋਈ ਐਡੀਆਂ ਲੰਬੀਆਂ ਚੌੜੀਆਂ ਨਹੀਂ ਹੈ। ਔਰ ਮੈਂ ਯੋਗਦਾਨ ਪਾਵਾਂਗਾ ਜੀ, ਮੈਂ ਤਾਂ ਕਹਿ ਰਿਹਾ ਇਸ ਗੱਲ ਦੇ ਵਿੱਚ। ਹਾਂਜੀ, ਇਹ ਸਨ ਸੰਧੂ ਸਾਹਿਬ, ਜਿਨ੍ਹਾਂ ਨਾਲ ਅਸੀਂ ਸਿਆਸੀ ਮੁੱਦਿਆਂ 'ਤੇ ਗੱਲ ਕੀਤੀ, ਹਲਕੇ ਦੀ ਡਿਵੈਲਪਮੈਂਟ ਬਾਰੇ ਗੱਲ ਕੀਤੀ। ਚੰਗੀ ਸੋਚ ਹੈ ਇਹਨਾਂ ਦੀ ਇਲਾਕੇ ਵਾਸਤੇ, ਇਹਨਾਂ ਨੇ ਵੀ ਨਿਰਪੱਖ ਗੱਲਾਂ ਸਾਡੇ ਨਾਲ ਕੀਤੀਆਂ। ਅਤੇ ਹੁਣ ਸੰਧੂ ਸਾਹਿਬ, ਸਾਨੂੰ ਜਾਂਦੇ ਜਾਂਦੇ ਸਾਡੇ ਵਿਊਵਰ ਨੂੰ ਕੁਛ ਕਹਿਣਾ ਚਾਹੋਗੇ? ਰਾਣਾ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਆਪਣੇ ਵੱਲੋਂ, ਸੰਧੂ ਫਾਰਮ ਬਨੂੜ ਵੱਲੋਂ, ਇਹ ਤੁਹਾਡਾ ਪੁਆਇੰਟ ਨਿਊਜ਼ ਹੈ ਨਾ ਜੀ, ਪੁਆਇੰਟ ਨਿਊਜ਼ ਨੂੰ ਬਹੁਤ ਵੱਡੀ ਮੁਬਾਰਕਬਾਦ ਦਿੰਦਾ। ਤੁਸੀਂ ਚੰਗਾ ਕੰਮ ਕਰ ਰਹੇ ਹੋ ਔਰ ਨਿਰਪੱਖ ਕੰਮ ਕਰ ਰਹੇ ਹੋ। ਬਨੂੜ ਦੇ ਵਿੱਚ ਸ਼ਾਇਦ ਤੁਹਾਡਾ ਪਹਿਲਾ ਹੀ ਹੈਗਾ ਜਿਹੜਾ ਨਿਊਜ਼, ਜਿਹੜਾ YouTube ਵਾਲਾ ਤੁਸੀਂ ਸ਼ੁਰੂ ਕੀਤਾ। ਇਸ ਦੇ ਨਾਲ ਖਬਰ ਜਿਹੜੀ ਹੈ, ਲੋਕਲ ਜਿਹੜਾ ਆਪਣਾ ਸਿਸਟਮ ਹੈ ਬਨੂੜ ਔਰ ਆਸੇ-ਪਾਸੇ ਦਾ ਸਾਰਾ, ਇਹ ਜਿਹੜਾ ਵਸਨੀਕਾਂ ਕੋਲ, ਪਿੰਡਾਂ ਕੋਲ, ਕਿਸਾਨਾਂ ਕੋਲ ਪਹੁੰਚਦਾ ਹੈ। ਇਹ ਬਹੁਤ ਵੱਡਾ ਤਰੱਦਦ ਹੈ ਤੁਹਾਡਾ, ਤੁਸੀਂ ਬਾਖੂਬੀ ਨਿਭਾ ਰਹੇ ਹੋ। ਔਰ ਮੈਂ ਤੁਹਾਨੂੰ ਮਨੋਕਾਮਨਾ ਕਰਦਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਕਰੋ ਔਰ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੋ। ਤੁਸੀਂ ਗੱਲ ਕੀਤੀ ਵੀ ਵਿਊਰਸ ਨੂੰ ਸੰਦੇਸ਼ ਤੇ ਮੇਰੇ ਵੀਰ, ਮੈਂ ਨੌਜਵਾਨਾਂ ਨੂੰ ਜ਼ਰੂਰ ਦੇਣਾ ਚਾਹੂੰਗਾ, ਕਿਉਂਕਿ ਨਸ਼ੇ ਦਾ ਕੰਮ ਜਿਹੜਾ ਨਾ ਜੀ, ਲੋਅਰ ਲੈਵਲ 'ਤੇ ਉਹ ਕੌਣ ਜ਼ਿੰਮੇਵਾਰ ਆ, ਕੌਣ ਨਹੀਂ ਜ਼ਿੰਮੇਵਾਰ ਆ, ਇਹ ਪੜਚੋਲ ਤਾਂ ਆਪਾਂ ਨੂੰ ਆਪ ਹੀ ਕਰ ਲੈਣੀ ਚਾਹੀਦੀ ਹੈ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਬੱਚਿਆਂ ਨੂੰ ਸੇਧ ਦੇਣ ਦੀ ਲੋੜ ਹੈ, ਮਾਂ ਪਿਓ ਨੂੰ ਇਸ ਸਬਜੈਕਟ ਦੇ ਵਿੱਚ ਇਨਵੋਲਵ ਹੋਣ ਦੀ ਲੋੜ ਹੈ ਕਿ ਕਿੱਥੋਂ ਇਹ ਨਸ਼ਾ ਮਿਲ ਰਿਹਾ ਹੈ, ਉਸ ਨਸ਼ੇ ਦਾ ਜਿਹੜਾ ਸੋਰਸ ਹੈ ਉਹਨੂੰ ਖ਼ਤਮ ਕਰਨ ਦੀ ਲੋੜ ਹੈ। ਕਿਉਂਕਿ ਕਈ ਦਫਾ ਸਰਕਾਰ ਹਰ ਥਾਂ 'ਤੇ, ਵੱਡੀਆਂ ਥਾਵਾਂ 'ਤੇ ਚਲੇ ਜਾਂਦੇ ਨੇ, ਮੁਖਬਰੀ ਹੋ ਜਾਂਦੀ, 100 ਗੱਲਾਂ ਹੋ ਜਾਂਦੀਆਂ, ਲੇਕਿਨ ਛੋਟੀਆਂ ਪਰਚੂਨ ਵਾਲੀਆਂ ਜਿਹੜੀਆਂ ਗੱਲਾਂ ਨੇ ਉੱਥੇ ਕਈ ਦਫਾ ਸਰਕਾਰ ਨਹੀਂ ਪਹੁੰਚ ਸਕਦੀ। ਇਸ ਕਰਕੇ
ਆਓ ਆਪਾਂ ਸਾਰੇ ਜਾਣੇ ਹੰਬਲਾ ਮਾਰੀਏ, ਸਾਰੇ ਮਾਪਿਓ ਸਾਰੇ ਮੇਰੀ ਜਿੱਥੇ ਲੋੜ ਆ ਤੁਸੀਂ ਮੇਰੀ ਸਹਾਇਤਾ ਲੈ ਲਓ, ਲੇਕਿਨ ਬੱਚਿਆਂ ਨੂੰ ਸੰਭਾਲੀਏ, ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਵਾਸਤੇ ਜਿਹੜਾ ਵੀ ਸਾਨੂੰ ਕੰਮ ਕਰਨਾ ਪਵੇ ਉਹ ਕਰੀਏ, ਤਾਂ ਕਿ ਸਾਡੇ ਨੌਜਵਾਨ ਜਿਹੜੇ ਨੇ ਉਹ ਸਿਹਤ ਪੱਖੋਂ ਠੀਕ ਰਹਿਣ ਔਰ ਪੜ੍ਹਾਈ ਕਰਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਕਰਨ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਥੈਂਕ ਯੂ। ਧੰਨਵਾਦ ਜੀ।